ਉਹ ਚੱਲ ਰਹੀ ਗੁਰਬਾਣੀ ਸ਼ਬਦ ਦੀ ਜੋ ਵਿਚਾਰ ਹੈ, ਜੋ ਗੁਰ ਕਿਰਪਾ ਦੁਆਰਾ ਆਪਾਂ ਸਾਰੇ ਰਲ ਮਿਲ ਕੇ ਕਰਦੇ ਹਾਂ। ਜਿੰਨੀ ਕੁ ਸੋਝੀ ਗੁਰਬਾਣੀ ਬਖਸ਼ਦੀ ਹੈ, ਜਿਵੇਂ ਆਪਾਂ ਨੇ ਪਿੱਛੇ ਬਚਨ ਵਿਚਾਰਿਆ ਸੀ ਸਾਹਿਬ ਦਾ, ਜੇ ਕੋ ਕਹਿ ਕਰੈ ਵਿਚਾਰ, ਕਿ ਜੋ ਕੁਛ ਵੀ ਸੋਝੀ ਆਉਂਦੀ ਹੈ ਉਸ ਦੀ ਵੀ ਵਿਚਾਰ ਕਰਨੀ ਚਾਹੀਦੀ ਹੈ। ਚਾਹੇ ਅਸੀਂ ਕਿਸੇ ਤੋਂ ਸੁਣਦੇ ਹਾਂ, ਚਾਹੇ ਅਸੀਂ ਖੁਦ ਗੁਰਬਾਣੀ ਤੋਂ ਸੋਝੀ ਪ੍ਰਾਪਤ ਕਰਦੇ ਹਾਂ। ਹੇ ਮੇਰੇ ਮਨਾ, ਜਿੰਨਾ ਚਿਰ ਤੇਰੇ ਕੋਲ ਸਰੀਰ ਦੇ ਅੰਦਰ ਸਮਾਂ ਹੈ, ਉਨਾ ਚਿਰ ਹਰ ਇੱਕ ਗੱਲ ਨੂੰ ਬੜੀ ਬਰੀਕੀ ਨਾਲ ਵਿਚਾਰ ਕੇ ਫਿਰ ਉਸ ਦੇ ਉੱਪਰ ਦ੍ਰਿੜਤਾ ਪੈਦਾ ਕਰ। ਕਿਉਂਕਿ ਜਿਹੜਾ ਪਰਮਾਰਥ ਦਾ ਮਾਰਗ ਹੈ, ਇਹ ਬੜਾ ਬਰੀਕੀ ਵਾਲਾ ਹੈ, ਬੜੇ ਸਹਿਜ ਵਾਲਾ ਹੈ, ਜਾਗਰਤ ਅਵਸਥਾ ਵਾਲਾ ਹੈ। ਜੇ ਕੋ ਕਹਿ ਕਰੈ ਵਿਚਾਰ, ਕੋਈ ਵੀ ਕੁਛ ਵੀ ਆਖਦਾ ਹੈ ਉਸ ਦੀ ਗੱਲ ਨੂੰ ਸੁਣਨਾ ਚਾਹੀਦਾ ਤੇ ਸੁਣ ਕੇ ਉਹਦੀ ਵਿਚਾਰ ਕਰਨੀ ਚਾਹੀਦੀ। ਸਾਡੇ ਕੋਲ ਸਭ ਤੋਂ ਸ੍ਰੇਸ਼ਟ ਸਾਧਨ ਹੈ ਗੁਰਬਾਣੀ, ਪਰਮਾਰਥ ਵਾਸਤੇ, ਜੀਵਨ ਨੂੰ ਸ਼ੁੱਧ ਕਰਨ ਵਾਸਤੇ, ਜਨਮ ਜਨਮਾਂਤਰਾਂ ਦੀ ਜੋ ਇਸ ਮਨ ਨੂੰ ਵਾ ਆਤਮਾ ਨੂੰ ਮੈਲ ਲੱਗੀ ਹੈ ਉਸ ਨੂੰ ਧੋਣ ਵਾਸਤੇ। ਬੇਅੰਤ ਹਨ ਉਹ ਗੁਰਮੁਖ ਗੁਰਸਿੱਖ, ਜਿਨ੍ਹਾਂ ਨੇ ਇਸ ਭਾਵ ਸਾਗਰ ਦੇ ਅੰਦਰ ਬ੍ਰਹਮ ਨੂੰ ਬੜੀ ਬਰੀਕੀ ਨਾਲ ਵਿਚਾਰਿਆ, ਸੱਚ ਨੂੰ ਵਿਚਾਰਿਆ ਤੇ ਫਿਰ ਉਸ ਨੂੰ ਸਵੈਮ ਮੰਨਿਆ ਵੀ ਹੈ। ਸੋ ਉਸ ਤੋਂ ਅਗਲਾ ਜਿਹੜਾ ਵਚਨ ਹੈ ਸਾਹਿਬ ਦਾ, ਕਰਤੇ ਕੈ ਕਰਨੇ ਨਾਹੀ ਸੁਮਾਰ, ਕਿ ਜੋ ਕੁਛ ਵੀ ਉਸ ਕਰਤੇ ਨੇ ਇਹ ਰਚਨਾ ਰਚੀ ਹੈ, ਸ੍ਰਿਸ਼ਟੀ ਰਚੀ ਹੋਈ ਹੈ, ਇਹਦਾ ਵੀ ਕੋਈ ਸ਼ੁਮਾਰ ਨਹੀਂ ਹੈ, ਕੋਈ ਪਾਰਾਵਾਰ ਨਹੀਂ ਹੈ ਮਾਇਆ ਦਾ ਵੀ। ਇਸੇ ਕਰਕੇ ਗੁਰਬਾਣੀ ਮਾਇਆ ਦੀ ਖੋਜ ਤੋਂ ਰੋਕ ਲਾਉਂਦੀ ਹੈ ਕਿ ਜੇ ਤੂੰ ਮਾਇਆ ਦੀ ਖੋਜ ਕਰੀ ਵੀ ਚੱਲੇਗਾ, ਇਹਦੇ 'ਚੋਂ ਤੈਨੂੰ ਪ੍ਰਾਪਤ ਹੀ ਕੁਛ ਨਹੀਂ ਹੁੰਦੀ। ਤੇ ਜੋ ਕੁਛ ਵੀ ਤੈਨੂੰ ਪ੍ਰਾਪਤ ਹੁੰਦਾ ਉਹਦੇ ਪਿੱਛੇ ਕਿਤੇ ਨਾ ਕਿਤੇ ਚਿੰਤਾ ਹੈ, ਕਿਤੇ ਨਾ ਕਿਤੇ ਉਹਦੇ ਵਿੱਚ ਦੁੱਖ ਹੈ। ਸ੍ਰਿਸ਼ਟੀ ਦਾ ਕੋਈ ਅੰਤ ਨਹੀਂ ਹੈ। ਹਰ ਇੱਕ ਜੂਨ ਹੈ ਜਿਹੜੀ, ਹਰ ਇੱਕ ਦੀ ਜੂਨੀ ਦੇ ਅੰਦਰ ਆਤਮਾ ਦੇ ਕੋਲ ਸਰੀਰ ਹੈ, ਉਹ ਵੀ ਮਾਇਆ ਦੇ ਵਿੱਚ ਵਿਚਰਦੇ ਹਨ, ਪਰ ਉਹਨਾਂ ਨੂੰ ਅੰਦਰੋਂ ਇੱਕ ਇਸ ਗੱਲ ਦੀ ਪੂਰਨ ਸੋਝੀ ਹੁੰਦੀ ਕਿ ਅਸੀਂ ਮਨੁੱਖਾ ਤਨ ਤੱਕ ਪਹੁੰਚਣਾ ਹੈ। ਤੇ ਮਨੁੱਖਾ ਤਨ ਦੇ ਅੰਦਰ ਪਹੁੰਚ ਕੇ ਭਾਣੇ ਵਿੱਚ ਚੱਲ ਕੇ, ਹੁਕਮ ਵਿੱਚ ਚੱਲ ਕੇ ਜਿਵੇਂ ਹੁਣ ਚਲੇ ਆਉਂਦੇ ਹਾਂ, ਤਾਂ ਅਸੀਂ ਆਪਣੇ ਨਿੱਜ ਸਰੂਪ ਨੂੰ ਜਾਣ ਸਕਦੇ ਹਾਂ। ਹੁਣ ਨਿੱਜ ਸਰੂਪ ਨੂੰ ਤਾਂ ਹੀ ਜਾਣਿਆ ਜਾਵੇਗਾ ਤੇ ਜੇ ਸਵੈਮ ਦੀ ਸੋਝੀ ਹੋਵੇਗੀ। ਪਰ ਉਸ ਕਰਤੇ ਦੀ ਜਿਹੜੀ ਕਰਨੀ ਹੈ, ਅਸੀਂ ਉਹਦੀ ਸੋਝੀ ਪ੍ਰਾਪਤ ਕਰਨ ਲੱਗ ਪਏ। ਅਸੀਂ ਜੋ ਵੀ ਗਿਆਨ ਲੈਂਦੇ ਹਾਂ ਬਾਹਰ ਮਾਇਆ ਦਾ ਹੀ ਲੈ ਰਹੇ। ਸਾਡੀ ਜਿਹੜੀ ਸੁਰਤ ਹੈ ਉਹ ਮਾਇਆ ਦੇ ਗਿਆਨ ਦੀ ਪਕੜ ਅਧੀਨ ਚੱਲ ਰਹੀ ਹੈ। ਪਰ ਜਿਹੜੇ ਗੁਰਮੁਖ ਨੇ ਉਹਨਾਂ ਦੀ ਜਿਹੜੀ ਸੁਰਤ ਹੈ ਉਹ ਹੁਕਮ ਦੀ ਪਕੜ 'ਚ ਚੱਲਦੀ ਹੈ, ਉਹ ਹੁਕਮ ਦੇ ਅਧੀਨ ਚੱਲਦੀ ਹੈ, ਉਹ ਬ੍ਰਹਮ ਦੇ ਅਧੀਨ ਚੱਲਦੀ ਹੈ। ਸਾਡੀ ਜਿਹੜੀ ਸੁਰਤ ਹੈ ਉਹ ਮਾਇਆ ਦੇ ਅਧੀਨ ਚੱਲਦੀ ਹੈ। ਮਨ ਮਾਇਆ ਹਾਥ ਵਿਕਾਨੋ, ਸਾਡਾ ਮਨ ਹੈ ਜਿਹੜਾ ਮਾਇਆ ਦੇ ਹੱਥ ਵਿਕਿਆ ਹੋਇਆ। ਤੇ ਜਿਹੜੇ ਗੁਰਮੁਖ ਨੇ ਉਹਨਾਂ ਦਾ ਕੀ ਹੈ, ਮਾਇਆ ਦਾਸੀ ਭਗਤਾਂ ਕੇਰੀ, ਉਹ ਉਹਨਾਂ ਦੀ ਦਾਸੀ ਹੈ, ਉਹ ਉਹਨਾਂ ਦੇ ਅਧੀਨ ਹੈ। ਬਸ ਆਹੀ ਹੈ ਮੇਰੇ ਮਨਾ ਫਰਕ ਹੈ। ਜਿੱਦਣ ਤੂੰ ਇਸ ਫਰਕ ਨੂੰ ਦੂਰ ਕਰ ਦਿੱਤਾ ਤੇ ਸਾਰੀ ਸੋਝੀ ਤੈਨੂੰ ਵੀ ਹੋਵੇਗੀ।
ਸੋ ਉਸ ਕਰਤੇ ਦੀ ਜਿਹੜੀ ਕਰਨੀ ਆ ਉਹ ਬੇਸ਼ੁਮਾਰ ਹੈ। ਸ਼ੁਮਾਰ ਉਹਨੂੰ ਕਹਿੰਦੇ ਆ ਜਿਹਦੀ ਗਿਣਤੀ ਕਦੇ ਨਾ ਹੋ ਸਕਦੀ ਹੋਵੇ। ਜਿਵੇਂ ਮਾਇਆ ਦੇ ਵਿੱਚ ਗਿਣਤੀ ਹੈ, ਜਿਹੜਾ ਬੇਸ਼ੁਮਾਰ ਹੈ ਉਹਦੀ ਕੋਈ ਗਿਣਤੀ ਨਹੀਂ। ਇੱਥੇ ਸ਼ੁਮਾਰ ਸ਼ਬਦ ਹੈ ਕਿ ਗਿਣਤੀ ਤੋਂ ਰਹਿਤ ਹੈ, ਬੇਅੰਤ ਹੈ, ਭਿੰਨ ਭਿੰਨ ਪ੍ਰਕਾਰ ਹੈ। ਪਤਾ ਨਹੀਂ ਕਿੰਨੀਆਂ ਕੁ ਧਰਤੀਆਂ ਨੇ, ਕਿੰਨੇ ਕੁ ਜੀਵ ਨੇ। ਸਾਨੂੰ ਤਾਂ ਬਹੁਤ ਥੋੜੇ ਜੀਵਾਂ ਦੀ ਸੋਝੀ ਹੈ, ਬਹੁਤ ਥੋੜਾ ਕੁ ਸਾਨੂੰ ਪਤਾ ਹੈ। ਪਰ ਮਨ ਸਮਝਾਵਣ ਕਾਰਨ, ਜਿਵੇਂ ਪਾਤਸ਼ਾਹ ਕਬੀਰ ਜੀ ਨੇ ਵੀ ਆਖਿਆ, ਕਛੁਕ ਪੜ੍ਹਿਆ ਗਿਆ। ਕੁਦਰਤ ਦੇ ਅੰਦਰੋਂ ਵੀ ਸਾਨੂੰ ਕੁਝ ਗਿਆਨ ਲੈਣਾ ਪੈਂਦਾ ਜਿਹਦੇ ਨਾਲ ਮਨ ਸਮਝੇ, ਮਨ ਦੇ ਉੱਪਰ ਰੋਕ ਲੱਗੇ ਕਿ ਹੇ ਮਨਾ ਵੇਖ ਲੈ, ਜੇ ਤੂੰ ਕੱਲੀ ਮਾਇਆ ਦੀ ਦੌੜ 'ਚ ਹੀ ਰਹਿਣਾ ਚਾਹੁੰਦਾ। ਵੱਡੇ ਵੱਡੇ ਹੰਕਾਰੀ ਲੋਕ ਇਸ ਸੰਸਾਰ ਦੇ ਅੰਦਰ ਹੋਏ ਤੇ ਉਹਨਾਂ ਨੇ ਬੜੀ ਮਾਇਆ ਇਕੱਠੀ ਕੀਤੀ, ਬੜੇ ਵੱਡੇ ਵੱਡੇ ਰਾਜ ਸਥਾਪਿਤ ਕੀਤੇ, ਬੜੀ ਦੁਨੀਆ ਨੂੰ ਆਪਣੇ ਅਧੀਨ ਰੱਖਿਆ, ਪਰ ਦੁਖੀ ਉਹ ਵੀ ਰਹੇ। ਫਿਰ ਉਹਨਾਂ ਨੂੰ ਕੋਈ ਅਧੀਨ 'ਚ ਕਰਨ ਵਾਲਾ ਆ ਗਿਆ, ਉਹਨਾਂ ਦੀ ਸੰਪਤੀ ਨੂੰ ਕੋਈ ਖੋਹ ਕੇ ਲੈ ਗਿਆ, ਉਹਨਾਂ ਦੇ ਰਾਜ ਭਾਗ ਖੁੱਸ ਗਏ। ਫਿਰ ਕੀ ਮਿਲਿਆ? ਕੁਛ ਵੀ ਨਹੀਂ। ਮਾਇਆ ਦੇ ਹਰ ਇੱਕ ਖੇਤਰ ਵਿੱਚ ਜੀਵ ਹੈ ਜਿਹੜਾ, ਉਹ ਕਿਤੇ ਨਾ ਕਿਤੇ ਛੋਟਾ ਹੋ ਜਾਂਦਾ ਹੈ। ਉਹਦਾ ਮਾਇਆ ਦਾ ਇਕੱਠਾ ਕੀਤਾ ਹੋਇਆ ਜੋ ਪਸਾਰਾ ਹੈ, ਜੋ ਆਡੰਬਰ ਹੈ, ਉਹ ਕਿਤੇ ਨਾ ਕਿਤੇ ਕਿਸੇ ਹੋਰ ਦਾ ਹੋ ਜਾਂਦਾ ਹੈ। ਉਹਦਾ ਸਦਾ ਨਹੀਂ ਰਹਿੰਦਾ। ਤੇ ਦੂਸਰੇ ਪਾਸੇ ਕੈਟਾਗਰੀ ਹੈ ਗੁਰਮੁਖਾਂ ਦੀ। ਉਹ ਮਾਇਆ ਨੂੰ ਇਕੱਠੀ ਨਹੀਂ ਕਰਦੇ, ਵਰਤਦੇ। ਜਿੰਨੀ ਕੁ ਲੋੜ ਹੈ ਵਰਤੀ, ਇਕੱਠੀ ਨਹੀਂ। ਉਹ ਅਧੀਨ ਨਹੀਂ ਹੁੰਦੇ ਮਾਇਆ ਦੇ। ਉਹਨਾਂ ਦਾ ਪ੍ਰਭਾਵ ਰਹਿੰਦੀ ਦੁਨੀਆ ਤੱਕ ਰਹਿਣਾ ਤੇ ਜਸ ਪ੍ਰਾਪਤ ਹੁੰਦਾ ਰਹਿਣਾ, ਸੱਚੇ ਦੇ ਦਰਬਾਰ ਦੇ ਅੰਦਰ ਵੀ, ਇੱਥੇ ਵੀ। ਕਿਉਂਕਿ ਉਹਨਾਂ ਨੇ ਕੁਦਰਤ ਦੇ ਅੰਦਰੋਂ ਆਪਣੇ ਮਨ ਨੂੰ ਸਮਝਾਉਣ ਵਾਸਤੇ ਸਿੱਖਿਆ ਪ੍ਰਾਪਤ ਕੀਤੀ ਹੈ। ਹੇ ਮੇਰੇ ਮਨਾ, ਤੂੰ ਕੁਦਰਤ ਦੇ ਅੰਦਰ ਆਪਣੇ ਮਨ ਨੂੰ ਜੋੜਨ ਦੀ ਸਿੱਖਿਆ ਪ੍ਰਾਪਤ ਕਰਦਾ। ਸੋ ਅਸੀਂ ਆਪਣੇ ਮਨ ਨੂੰ ਸਮਝਾਉਣ ਵਾਸਤੇ ਗੁਰਬਾਣੀ ਤੋਂ ਜਿਹੜਾ ਸੁਗਿਆਨ ਹੈ ਉਹ ਪ੍ਰਾਪਤ ਕਰਨਾ ਹੈ। ਸਾਨੂੰ ਉਨਾ ਕੀ ਚਾਹੀਦਾ ਜਿਹਦੇ ਨਾਲ ਸਾਡਾ ਮਨ ਮੰਨ ਜਾਵੇ। ਬਾਕੀ ਪਸਾਰਾ ਕੁਦਰਤ ਦਾ ਜੋ ਕਰਤੇ ਨੇ ਬਣਾਇਆ, ਉਹ ਕਰਤਾ ਜਾਣੇ। ਉਹ ਕਰਤੇ ਦੀ ਜ਼ਿੰਮੇਵਾਰੀ ਹੈ, ਉਹ ਆਪ ਸੰਭਾਲਦਾ। ਅਸੀਂ ਤਾਂ ਵੈਸੇ ਹੀ ਵਿੱਚ ਦਖਲ ਅੰਦਾਜ਼ੀ ਕਰ ਲੈਂਦੇ। ਜਦੋਂ ਅਸੀਂ ਕਿਸੇ ਦੇ ਕੰਮ 'ਚ ਦਖਲ ਅੰਦਾਜ਼ੀ ਕਰਦੇ ਹਾਂ, ਫਿਰ ਉਹ ਅਗਲਾ ਤਕਲੀਫ ਮੰਨਦਾ ਵੀ ਕੰਮ ਤਾਂ ਸਾਡਾ, ਤੂੰ ਵਿੱਚ ਦਖਲ ਅੰਦਾਜ਼ੀ ਕਿਉਂ ਕਰਦਾ, ਤੂੰ ਆਪਣਾ ਕੰਮ ਕਰ। ਅਸੀਂ ਆਪਣਾ ਕੰਮ ਛੱਡ ਕੇ ਕਿਸੇ ਦੇ ਕੰਮ ਨੂੰ ਕਰਨਾ ਖੁਸ਼ੀ ਮਹਿਸੂਸ ਕਰਦੇ ਹਾਂ, ਜਦ ਕਿ ਉਹ ਖੁਸ਼ੀ ਨਹੀਂ ਹੈ। ਅਸੀਂ ਆਪਣਾ ਕੰਮ ਕਰਨਾ। ਗੁਰਬਾਣੀ ਸਾਨੂੰ ਆਪਣੇ ਕੰਮ ਦੀ ਆਗਿਆ ਦਿੰਦੀ ਹੈ। ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀ। ਅਸੀਂ ਆਪਣਾ ਕਾਜ ਸਵਾਰਨਾ ਕਿ ਆਤਮਾ ਪ੍ਰਾਤਮਾ ਇੱਕ ਹੋ ਜਾਣਾ। ਅਸੀਂ ਆਪਣੇ ਆਪ ਦਾ ਲਾਹਾ ਖੱਟ ਕੇ ਜਾਣਾ। ਲਾਹੇ ਕਾਰਨ ਆਇਆ ਜਗ। ਅਸੀਂ ਲਾਹੇ ਨੂੰ ਪ੍ਰਾਪਤ ਕਰਨ ਵਾਸਤੇ ਆਏ। ਜਾਗ ਲੈ ਹੋ ਰੇ ਮਨਾ ਜਾਗ ਲੈ ਹੋ, ਕਾਹੇ ਗਾਫਲ ਸੋਇਆ। ਅਸੀਂ ਜਾਗਣ ਵਾਸਤੇ ਆਏ। ਗੁਰਮੁਖ ਲਾਹਾ ਲੈ ਗਏ, ਉਹ ਲੈ ਜਾਂਦੇ ਆ ਲਾਹਾ। ਮਨਮੁਖ ਚੱਲੇ ਮੂਲ ਗਵਾਏ ਜਿਉ। ਹੇ ਮੇਰੇ ਮਨਾ, ਜੇ ਤੂੰ ਮਨ ਬੁੱਧੀ ਨਾਲ ਜੁੜ ਕੇ ਹੀ ਮਾਇਆ ਦੀ ਸੋਚ ਵਿੱਚ ਹੀ ਲੱਗਿਆ ਰਿਹਾ, ਫਿਰ ਜਿਹੜਾ ਤੇਰਾ ਮੂਲ ਸਰੂਪ ਹੈ, ਸੁੰਦਰ ਸਰੂਪ ਹੈ, ਸ਼ਬਦ ਹੈ, ਉਹ ਤਾਂ ਗਵਾ ਕੇ ਚਲੇ ਜਾਏਗਾ। ਉਹ ਸਮਾਂ ਤੇਰੇ ਹੱਥ ਹੀ ਨਹੀਂ ਆਉਣਾ। ਸੋ ਸਾਡੇ ਕੋਲ ਸਮਾਂ ਹੈ। ਅਸੀਂ ਆਪਣੇ ਮਨ ਨੂੰ ਗੁਰਬਾਣੀ ਤੋਂ ਸੋਝੀ ਪ੍ਰਾਪਤ ਕਰਵਾਈਏ। ਉਹ ਜਿਹੜਾ ਕਰਤਾ ਹੈ ਉਹਦੇ ਬਾਰੇ ਜਾਣਨ ਦੀ ਕੋਸ਼ਿਸ਼ ਕਰੀਏ। ਸਾਡਾ ਜਿਹੜਾ ਮੂਲ ਹੈ ਉਹ ਵੀ ਕਰਤਾ ਹੈ, ਤੇ ਜਿਹੜਾ ਕਰਤਾ ਪੁਰਖ ਹੈ ਉਹ ਸਾਰੀ ਸ੍ਰਿਸ਼ਟੀਆਂ ਦਾ ਕਰਤਾ ਹੈ। ਉਹ ਜਿੰਨੇ ਵੀ ਸੱਚਖੰਡ ਵਿੱਚ ਪੂਰਨ ਜੋਤਾਂ ਨੇ, ਸ਼ੁੱਧ ਜੋਤਾਂ ਨੇ, ਉਹਨਾਂ ਦਾ ਵੀ ਕੋਈ ਸ਼ੁਮਾਰ ਨਹੀਂ ਹੈ, ਕੋਈ ਗਿਣਤੀ ਨਹੀਂ ਹੈ।
ਕੋਈ ਪਾਰਾਵਾਰ ਨਹੀਂ ਹੈ। ਆ ਜਿੰਨੀ ਰਚਨਾ ਹੈ ਸਾਰੀ ਸੱਚਖੰਡ ਦੇ ਅੰਦਰ ਹੈ, ਉਹਦੀ ਗ੍ਰਿਫਤ ਦੇ ਅੰਦਰ ਹੈ। ਸੋ ਇੱਥੇ ਜਿਹੜੀ ਆਤਮਾ ਆਉਂਦੀ ਹੈ, ਮਨ ਹੈ, ਉਸ ਨੂੰ ਇੱਕ ਸਲਾਹ ਦਿੱਤੀ ਹੈ ਕਿ ਜੇ ਤੈਨੂੰ ਕੋਈ ਵੀ ਗੁਰਮਤ ਦੀ ਗੱਲ ਕਹਿੰਦਾ, ਉਸ ਦੀ ਚੰਗੀ ਤਰ੍ਹਾਂ ਵਿਚਾਰ ਕਰ ਕਿ ਵਾਕਿਆ ਹੀ ਗੁਰਮਤ ਹੈ ਕਿ ਕਿਤੇ ਦੁਰਮਤੀ ਨਾ ਹੋਵੇ। ਕਈ ਵਾਰੀ ਸਾਡੇ ਨਾਲੇ ਠੱਗੀ ਹੋ ਜਾਂਦੀ ਹੈ, ਸਾਨੂੰ ਦੱਸਿਆ ਗੁਰਮਤ ਜਾਂਦਾ, ਹੁੰਦੀ ਦੁਰਮਤ ਹੈ। ਜਿਵੇਂ ਸਾਡੇ ਸੰਸਾਰ ਦੇ ਅੰਦਰ ਵੱਡੀਆਂ ਵੱਡੀਆਂ ਕੰਪਨੀਆਂ ਆਪਣੀ ਪ੍ਰੋਡਕਟ ਵੇਚਦੀਆਂ ਨੇ, ਉਹਨਾਂ ਦੇ ਉੱਪਰ ਜਿਹੜੇ ਲੇਬਲ ਨੇ ਜਾਂ ਉਹਨਾਂ ਦੀ ਪੈਕਿੰਗ ਆ ਉਹ ਇੰਨੀ ਵਧੀਆ ਕੀਤੀ ਜਾਂਦੀ ਹੈ ਕਿ ਬੰਦੇ ਦਾ ਦੇਖ ਕੇ ਪੈਕਿੰਗ ਨੂੰ ਮਨ ਕਰਦਾ ਵੀ ਇਹਨੂੰ ਖਰੀਦੀਏ। ਫਿਰ ਉਹਦੇ ਉੱਤੇ ਲੈਬਲ ਬੜੇ ਬਰੀਕੀ ਨਾਲ ਲਿਖ ਕੇ ਲਾਏ ਹੁੰਦੇ ਆ ਵੀ ਇਹਦੇ ਵਿੱਚ ਇੰਨੇ ਪ੍ਰੋਟੀਨ ਨੇ, ਇੰਨਾ ਫਲਾਨਾ, ਇੰਨਾ ਤਿਮਕ, ਇੰਨਾ ਕਾਰਬੋਹਾਈਡਰੇਟ, ਬੜੇ ਗੁਣ ਲਿਖੇ ਜਾਂਦੇ ਉਹਦੇ ਉੱਤੇ। ਤੇ ਸਾਡੇ ਅੰਦਰ ਉਹਨਾਂ ਗੁਣਾਂ ਨੂੰ ਦੇਖ ਕੇ ਇੱਛਾ ਪੈਦਾ ਹੋ ਜਾਂਦੀ ਹੈ, ਅਸੀਂ ਉਹ ਵਸਤੂ ਨੂੰ ਖਰੀਦਦੇ ਹਾਂ। ਜਦੋਂ ਅਸੀਂ ਉਸ ਵਸਤੂ ਨੂੰ ਖਰੀਦ ਲੈਂਦੇ ਹਾਂ, ਜਿਹੜੀ ਸਾਡੇ ਕੋਲ ਜਮ੍ਹਾਂ ਪੂੰਜੀ ਹੁੰਦੀ ਉਹ ਖਰਚ ਹੋ ਜਾਂਦੀ ਹੈ। ਪਰ ਜਦੋਂ ਉਹ ਵਸਤੂ ਕਿਸੇ ਜਾਣਕਾਰ ਬੰਦੇ ਦੇ ਹੱਥ 'ਚ ਆਉਂਦੀ ਹੈ, ਉਹ ਵੇਖਦਾ ਹੈ, ਕਹਿੰਦਾ ਵੀ ਤੂੰ ਇਹ ਕੀ ਖਾਣਾ? ਉਹ ਕਹਿੰਦਾ ਵੀ ਇਸ ਤਰ੍ਹਾਂ ਬੜੀ ਮਹਿੰਗੀ ਚੀਜ਼ ਹੈ, ਬੜੇ ਪ੍ਰੋਟੀਨ ਨੇ। ਉਹ ਕਹਿੰਦਾ ਵੀ ਇਹ ਤੇਰੀ ਸਿਹਤ ਬਣਾਉਣਗੇ ਨਹੀਂ, ਇਹ ਤੇਰੀ ਸਿਹਤ ਨੂੰ ਖਰਾਬ ਕਰਨਗੇ, ਪਰ ਤੈਨੂੰ ਜ਼ਰੂਰ ਲੱਗੂਗਾ ਕਿ ਮੇਰੀ ਸਿਹਤ ਬਣਦੀ ਹੈ। ਜੇ ਇਹਦੇ ਵਿੱਚ ਆਹ ਪ੍ਰੋਟੀਨ ਪਾਏ ਲੱਗਦੇ ਵੀ ਨੇ ਤਾਂ ਇਹਦੇ ਵਿੱਚ ਆਹ ਕੈਮੀਕਲ ਵੀ ਨਾਲ ਪਿਆ, ਇਸ ਕੈਮੀਕਲ ਨੇ ਆਹ ਬਿਮਾਰੀ ਵੀ ਨਾਲ ਅੰਦਰ ਪੈਦਾ ਕਰ ਦੇਣੀ। ਹੁਣ ਉਹ ਗੱਲ ਜਾਣਕਾਰ ਦੱਸਦਾ ਜਾਂ ਕੋਈ ਲੈਬੋਰਟਰੀ ਵਾਲਾ ਦੱਸੂਗਾ, ਪਰ ਆਮ ਜਿਹੜੇ ਸੰਗੀ ਸਾਥੀ ਉਹ ਤਾਂ ਬੜੇ ਖੁਸ਼ ਹੁੰਦੇ ਆ ਵੀ ਫਲਾਨਾ ਤਾਂ ਬੜੇ ਪ੍ਰੋਟੀਨ ਖਾਂਦਾ, ਕੰਪਨੀ ਦੀਆਂ ਚੀਜ਼ਾਂ ਖਾਂਦਾ। ਇਸੇ ਤਰ੍ਹਾਂ ਹੀ ਹੈ ਮੇਰੇ ਮਨਾਂ ਧਰਮ ਦੇ ਲੋਕ ਵੀ ਨੇ। ਧਰਮ ਨੂੰ ਵੀ ਜਿਹੜੇ ਲੋਕ ਨੇ ਉਹ ਇਸ ਤਰੀਕੇ ਨਾਲ ਐਡਵਰਟਾਈਜ਼ਮੈਂਟ ਕਰਦੇ ਆ ਧਰਮ ਦੀ ਵੀ, ਕਿ ਸਾਡਾ ਜਿਹੜਾ ਮਨ ਹੈ ਉਹ ਐਡਵਰਟਾਈਜ਼ਮੈਂਟ ਨਾਲ ਜੁੜ ਜਾਂਦਾ ਹੈ। ਉੱਥੋਂ ਵੱਡੇ ਵੱਡੇ ਲਾਲਚ ਦਿੱਤੇ ਜਾਂਦੇ ਵੀ ਇੱਥੇ ਆਹ ਕਰਨ ਨਾਲ ਆਹ ਹੋ ਜਾਂਦਾ, ਇੱਥੇ ਆਹ ਹੋ ਜਾਂਦਾ। ਸਾਡਾ ਜਿਹੜਾ ਮਨ ਹੈ ਉਹਨਾਂ ਚੀਜ਼ਾਂ ਨਾਲ ਜੁੜ ਜਾਂਦਾ। ਗੁਰਬਾਣੀ ਪ੍ਰਤੀ ਵੀ ਲਾਲਚ ਦਿੱਤੇ ਜਾਂਦੇ ਆ, ਬੜੀ ਚਮਕ ਦਮਕ ਬਣਾ ਕੇ ਉਹ ਚੀਜ਼ਾਂ ਪੇਸ਼ ਕੀਤੀਆਂ ਜਾਂਦੀਆਂ ਨੇ। ਅਸੀਂ ਕਿਸੇ ਵੀ ਗੁਰਦੁਆਰੇ ਜਾਂਦੇ ਹਾਂ, ਅਸੀਂ ਬਿਲਡਿੰਗ ਨੂੰ ਦੇਖ ਕੇ ਬੜਾ ਖੁਸ਼ ਹਾਂ, ਬੜੀ ਸੋਹਣੀ ਬਿਲਡਿੰਗ ਹੈ, ਬਿਲਡਿੰਗ ਦੀਆਂ ਸ਼ੋਭਾ ਕਰੀ ਜਾਂਦੇ ਹਾਂ, ਫੁੱਲ ਬੂਟੇ ਬਣੇ ਆ ਉਹਨਾਂ ਦੀਆਂ ਸ਼ੋਭਾ ਕਰਦੇ ਹਾਂ, ਗੁੰਬਦਾਂ ਦੀਆਂ ਸ਼ੋਭਾ ਕਰਦੇ ਹਾਂ, ਸੋਨਾ ਲੱਗਿਆ ਉਹਦੀ ਸ਼ੋਭਾ ਕਰਦੇ, ਬੜਾ ਕੁਛ ਅਸੀਂ ਇਸ ਤਰ੍ਹਾਂ ਦਾ ਕਰਦੇ ਹਾਂ। ਖੁਸ਼ ਹੁੰਦੇ ਆ। ਪਰ ਜਦੋਂ ਕੋਈ ਭਗਤ ਆਉਂਦਾ ਹੈ, ਗੁਰਮੁਖ ਹੁੰਦਾ ਹੈ, ਉਹ ਇਹਨਾਂ ਗੱਲਾਂ ਦਾ ਵਿਰੋਧ ਕਰਦਾ ਹੈ, ਇਹਨਾਂ ਗੱਲਾਂ ਦੀ ਸਹੀ ਜਾਣਕਾਰੀ ਦਿੰਦਾ ਹੈ। ਵਿਰੋਧ ਨਹੀਂ ਕਰਦਾ, ਸਹੀ ਜਾਣਕਾਰੀ ਦਿੰਦਾ ਹੈ ਕਿ ਜਿਹੜਾ ਪ੍ਰੋਡਕਟ ਤੁਸੀਂ ਖਰੀਦਿਆ ਹੋਇਆ, ਜਿਹਨੂੰ ਤੁਸੀਂ ਮੰਨਦੇ ਹੋ, ਇਹਦੇ ਵਿੱਚ ਆ ਕਮੀ ਵੀ ਹੈ। ਤੁਹਾਨੂੰ ਕਮੀ ਨਹੀਂ ਦਿਸਦੀ, ਪਰ ਜਦੋਂ ਇਹ ਪ੍ਰੋਡਕਟ ਤੁਹਾਡੀ ਸੁਰਤ 'ਚ ਵਸ ਗਿਆ, ਜਿਹੜਾ ਗਿਆਨ ਤੁਸੀਂ ਲੈਤਾ ਹੋਇਆ ਨਾ ਬਾਹਰਲਾ, ਇਹ ਜਦੋਂ ਗਿਆਨ ਤੁਹਾਡੇ ਹਿਰਦੇ 'ਚ ਵਸ ਗਿਆ ਤਾਂ ਇਹਦੇ ਅੰਦਰੋਂ ਜਿਹੜਾ ਇਫੈਕਟ ਪੈਦਾ ਹੋਣਾ, ਇਨਫੈਕਸ਼ਨ ਪੈਦਾ ਹੋਣੀ ਹੈ, ਉਹਨੇ ਤੁਹਾਡੀ ਆਤਮਾ ਨੂੰ ਖੋਖਲੀ ਕਰ ਦੇਣਾ। ਪੰਜਵੇਂ ਪਾਤਸ਼ਾਹ ਕਹਿੰਦੇ ਪਾਠ ਪੜ੍ਹਿਓ ਅਰ ਵੇਦ ਵਿਚਾਰਿਓ। ਹੁਣ ਸਾਡੇ ਵੀ ਇਹੀ ਗੱਲ ਚੱਲਦੀ ਹੈ ਕਿ ਪਾਠ ਕਰੋ, ਫਿਰ ਜੀ ਉਹਦੀ ਵਿਚਾਰ ਕਰੋ ਪਾਠ ਦੀ। ਅਸੀਂ ਪਾਠ ਦੀ ਵਿਚਾਰ ਘੱਟ ਕਰਦੇ, ਅਸੀਂ ਵਿਚਾਰ ਕਰਦੇ ਹਾਂ ਉਹਨਾਂ ਬੰਦਿਆਂ ਦੀ ਜਿਨ੍ਹਾਂ ਨੇ ਗੁਰਬਾਣੀ ਲਿਖੀ, ਉਹਨਾਂ ਕਥਾ ਕਹਾਣੀਆਂ ਦੀ ਜਿਨ੍ਹਾਂ ਤੋਂ ਮਾਇਆ ਮਿਲੀ ਕਿ ਫਲਾਨੇ ਦੇ ਉੱਪਰ ਆਹ ਕਿਰਪਾ ਹੋ ਗਈ, ਧਿਮਕੇ ਦੇ ਉੱਪਰ ਆਹ ਕਿਰਪਾ ਹੋ ਗਈ, ਫਲਾਨੇ ਨੇ ਫਲਾਨੇ ਥਾਂ 'ਤੇ ਪਾਠ ਕੀਤਾ ਤੇ ਆਹ ਹੋ ਗਈ।
ਉਸ ਲਾਲਚ 'ਚ ਸਾਡੀ ਸੁਰਤ ਵੀ ਫਸ ਜਾਂਦੀ ਹੈ। ਪਰ ਜਦੋਂ ਸਾਡੇ ਤੇ ਕਿਰਪਾ ਨਹੀਂ ਹੁੰਦੀ, ਫਿਰ ਅਸੀਂ ਆਖ ਵੀ ਦਿੰਦੇ ਹਾਂ ਵੀ ਯਾਰ ਮੇਰੇ ਤੇ ਕਿਰਪਾ ਨਹੀਂ ਹੋਈ। ਫਿਰ ਅਗਲੇ ਸਾਡੇ ਅੱਗੇ ਸਵਾਲ ਖੜਾ ਕਰ ਦਿੰਦੇ ਵੀ ਤੇਰੇ ਪੁੰਨ ਘੱਟ ਹੈ, ਤੇਰੇ ਪਾਪ ਜ਼ਿਆਦਾ ਨੇ, ਤੇਰੇ ਕਰਮਾਂ 'ਚ ਹੈ ਨਹੀਂ। ਅਸੀਂ ਸਾਰੀ ਜ਼ਿੰਦਗੀ ਇਸੇ ਸਫ਼ਰ 'ਚ ਕੱਟ ਕੇ ਚਲੇ ਜਾਂਦੇ। ਕੋਈ ਸਾਡਾ ਜੀਵਨ ਸੁਖਾਲਾ ਨਹੀਂ ਬਣਦਾ, ਜੋ ਗੁਰਮਤਿ ਕਹਿੰਦੀ। ਪਰ ਜਦੋਂ ਭਗਤ ਪ੍ਰਗਟ ਹੁੰਦਾ, ਭਗਤ ਆ ਕੇ ਦੱਸਦਾ ਵੀ ਗੱਲ ਆ ਏ। ਪਾਠ ਪੜ੍ਹਿਓ ਅਰ ਵੇਦ ਵਿਚਾਰਿਓ, ਨਿਵਲ ਭਿਅੰਗਮ ਸਾਧਿ। ਬੜਾ ਕੁਝ ਤੁਸੀਂ ਇਸ ਸੰਸਾਰੀ ਧਰਮ ਦੇ ਲੋਕਾਂ ਦੇ ਮਗਰ ਲੱਗ ਕੇ ਬਹੁਤ ਕੁਝ ਕੀਤਾ, ਪਰ ਪੰਜ ਜਨਾਂ ਸਿਉ ਸੰਗ ਨਾ ਛੁਟਕਿਓ। ਕਦੇ ਇਹ ਚੀਜ਼ ਨੂੰ ਵਿਚਾਰਿਆ ਤੁਸੀਂ? ਤੂੰ ਬੜੀ ਦੇਰ ਤੋਂ ਆਹ ਪ੍ਰੋਟੀਨ ਖਾਂਦਾ ਆਉਣਾ ਹੈ, ਕਦੇ ਵਿਚਾਰਿਆ ਵੀ ਤੇਰੇ ਸਰੀਰ ਨੂੰ ਕਿਤੇ ਕੋਈ ਪ੍ਰੋਬਲਮ ਤਾਂ ਨਹੀਂ ਆ ਰਹੀ? ਕਦੇ ਤੂੰ ਇਸ ਪ੍ਰੋਟੀਨ ਦੀ ਜਾਂਚ ਕਰਵਾਈ ਹੈ? ਬੜੀ ਧੜੱਲੇ ਨਾਲ ਚੀਜ਼ ਤੂੰ ਖਾ ਰਿਹਾ ਹੈ, ਤੈਨੂੰ ਲੱਗਦਾ ਵੀ ਸਰੀਰ 'ਚ ਤਾਕਤ ਆ ਰਹੀ ਹੈ, ਪਰ ਕਿੰਨਾ ਕੁ ਚਿਰ ਤਾਕਤ ਆਉਣੀ ਹੈ? ਇਸ ਤਾਕਤ ਦਾ ਫਾਇਦਾ ਕੀ ਹੈ? ਕੁਛ ਵੀ ਨਹੀਂ। ਇਸੇ ਤਰ੍ਹਾਂ ਸੰਸਾਰੀ ਧਾਰਮਿਕ ਲੋਕਾਂ ਦੇ ਜਦੋਂ ਮਗਰ ਲੱਗ ਜਾਂਦੀ ਹੈ ਸੁਰਤ, ਜਿਹੜੇ ਅਸ਼ੁੱਧ ਧਰਮ ਨੇ, ਸ਼ੁੱਧ ਨਹੀਂ ਹੈ, ਅਸ਼ੁੱਧ ਨੇ, ਜਿਹੜੇ ਪਖੰਡ ਵਾਲੇ ਨੇ, ਉਹਨਾਂ ਦੇ ਮਗਰ ਜਦੋਂ ਸੁਰਤ ਲੱਗ ਜਾਂਦੀ ਹੈ, ਫਿਰ ਉਹਦੇ ਅੰਦਰ ਵੀ ਇਫੈਕਟ ਪੈਦਾ ਹੋ ਜਾਂਦਾ। ਪਾਠ ਪੜ੍ਹਿਓ ਅਰ ਵੇਦ ਵਿਚਾਰਿਓ, ਨਿਵਲ ਭਿਅੰਗਮ ਸਾਧੇ, ਪੰਜ ਜਨਾਂ ਸਿਉ ਸੰਗ ਨਾ ਛੁਟਕੇ। ਹੇ ਮੇਰੇ ਮਨਾ, ਹੁਣ ਤੂੰ ਆਪਣੇ ਅੰਦਰ ਝਾਤੀ ਮਾਰ ਕੇ ਦੇਖ ਵੀ ਤੇਰਾ ਪੰਜਾਂ ਨਾਲੋਂ ਸੰਗ ਛੁੱਟਿਆ। ਸਗੋਂ ਕੀ ਹੋਇਆ? ਅਦਕ ਅਹੰਗ ਬੁੱਧ ਬਾਧੇ, ਸਗੋਂ ਹੰਕਾਰ ਹੋਰ ਵੱਧ ਗਿਆ। ਜਦ ਕਿ ਜਿਹੜਾ ਅਸਲੀ ਪ੍ਰੋਟੈਕਟ ਹੈ ਧਰਮ ਦਾ, ਅਸਲਾ ਜਿਹੜਾ ਗਿਆਨ ਹੈ, ਉਹ ਤਾਂ ਸਾਡੇ ਅੰਦਰੋਂ ਹੰਕਾਰ ਨੂੰ ਖਤਮ ਕਰਦਾ। ਪਰ ਸਾਡੇ ਜਿਹੜੇ ਸੰਸਾਰੀ ਧਾਰਮਿਕ ਲੋਕ ਨੇ, ਉਹਨਾਂ ਦੇ ਅੰਦਰ ਤਾਂ ਹੰਕਾਰ ਵੱਧਦਾ। ਹੰਕਾਰ ਉਹਨਾਂ ਦੇ ਅੰਦਰ ਹੁੰਦਾ, ਉਹ ਔਗਣ ਸਾਡੇ ਚੱਕ ਕੇ ਮੂਹਰੇ ਲਿਆਉਂਦੇ ਆ ਜੀ, ਤੁਹਾਡੀ ਭਾਵਨਾ ਨਹੀਂ ਸੀ, ਤੁਹਾਡੀ ਸ਼ਰਧਾ ਨਹੀਂ ਹੈ, ਤੁਸੀਂ ਤਰਕ ਕਰਦੇ ਹੋ, ਤੁਹਾਡਾ ਤਾਂ ਮਨ ਹੀ ਨਹੀਂ ਸੀ, ਤੁਸੀਂ ਤਾਂ ਆਪਣੀਆਂ ਲੋੜਾਂ ਨਾਲ ਜੁੜੇ। ਉਹ ਪਤਾ ਨਹੀਂ ਕੀ ਕੁਝ ਸਾਡੇ ਲਈ ਥੋਪ ਦਿੰਦੇ। ਉਹ ਆਪਣਾ ਕਸੂਰ ਨਹੀਂ ਮੰਨਦੇ ਵੀ ਅਸੀਂ ਤੁਹਾਨੂੰ ਸਹੀ ਰਾਹ ਤੇ ਨਹੀਂ ਪਾ ਸਕੇ। ਗੁਰਬਾਣੀ ਆਖਦੀ ਹੈ, ਕੂੜ ਡੋਬੈ ਪੂਰ, ਪੂਰਾਂ ਦੇ ਪੂਰ ਤੁਸੀਂ ਡੋਬ ਕੇ ਰੱਖ ਦਿੱਤੇ। ਅਸੰਖ ਗਲ ਵੱਢ ਹੱਤਿਆ ਕਮਾਏ। ਗੁਰੂ ਨਾਨਕ ਸਾਹਿਬ ਕਹਿੰਦੇ ਅਸੰਖਾਂ ਲੋਕਾਂ ਦੇ ਤੁਸੀਂ ਗਲ ਵੱਢ ਦਿੱਤੇ। ਅਸੰਖਾਂ ਦੇ ਅੰਦਰ ਸੀ ਸੱਚ ਦੀ ਭੁੱਖ, ਤੁਸੀਂ ਪੈਦਾ ਹੀ ਨਹੀਂ ਹੋਣ ਦਿੱਤੀ। ਤੁਸੀਂ ਉਹਨਾਂ ਦੀ ਸੁਰਤ ਨੂੰ ਐਸਾ ਭਰਮ ਚ ਪਾਤਾ, ਇਹ ਹੱਤਿਆ ਕਰ ਦਿੱਤੀ। ਉਹ ਆਏ ਸੀ ਸੱਚ ਪ੍ਰਾਪਤ ਕਰਨ ਵਾਸਤੇ, ਜੀਵਨ ਜਿੱਤਣ ਵਾਸਤੇ, ਤੁਸੀਂ ਰਾਹ ਹੀ ਬਦਲਤਾ ਉਹਨਾਂ ਦਾ। ਕੌਣ ਜ਼ਿੰਮੇਵਾਰ ਹੈ? ਔਰ ਹੁਣ ਵੀ ਕਮਾਈ ਜਾਂਦੇ ਆ। ਪਤਾ ਹੈ ਵੀ ਸਾਡੇ ਕੋਲ ਨਹੀਂ ਕੁਛ ਹੈਗਾ, ਪਰ ਫਿਰ ਵੀ ਪ੍ਰਭਾਵ ਪਾਉਂਦੇ ਆ। ਅਧਿਕ ਅਹੰਗ ਬੁੱਧ ਵੱਧ ਹੈ। ਪਿਆਰੇ, ਇਨ ਵਿਦ ਮਿਲਣ ਨਾ ਜਾਏ, ਕਹਿੰਦੇ ਇਸ ਵਿਧੀ ਨਾਲ ਨਹੀਂ ਮਿਲ ਹੁੰਦਾ। ਮੈਂ ਕੀਏ ਕਰਮ ਅਨੇਕਾ, ਸਾਰਾ ਕੁਝ ਹੰਕਾਰ ਨਾਲ ਹੀ ਹੋ ਰਿਹਾ। ਹਰ ਵੇਲੇ ਸੋਚ ਦੇ ਅੰਦਰ ਹੰਕਾਰੀ ਬਿਰਤੀ ਹੈ, ਚਾਹੇ ਗੁਰਬਾਣੀ ਪੜ੍ਹਦਾ ਚਾਹੇ ਨਹੀਂ ਪੜ੍ਹਦਾ। ਫਿਰ ਕਿਸੇ ਨੇ ਪੁੱਛਿਆ ਵੀ ਪਾਤਸ਼ਾਹ ਮਿਲਿਆ ਕਿਵੇਂ ਜਾਊ, ਕੋਈ ਹੱਲ ਤਾਂ ਹੈ? ਕਹਿੰਦੇ ਹਾਂ ਹੈ। ਕਹਿੰਦੇ ਹਾਰ ਪਰਿਓ ਸੁਆਮੀ ਕੈ ਦਵਾਰ, ਦੀਜੈ ਬੁੱਧ ਵਿਵੇਕਾ, ਹਾਰ ਜੋ। ਹੁਣ ਹਾਰਨਾ ਬਹੁਤ ਔਖਾ ਹੈ। ਹਾਰੇ ਤੋਂ ਬਿਨਾਂ ਉਹ ਆਪਣਾ ਹੱਥ ਨਹੀਂ ਸਿਰ ਤੇ ਰੱਖਦਾ, ਉਹਦੇ ਵਾਲੀ ਮੱਤ ਨਹੀਂ ਆਉਂਦੀ। ਜਿੰਨਾ ਚਿਰ ਉਹਦੇ ਵਾਲੀ ਮੱਤ ਨਹੀਂ ਆਉਂਦੀ,
ਉਹਨਾਂ ਚਿਰ ਜੀਵਨ ਸਫਲ ਨਹੀਂ ਹੁੰਦਾ, ਉਹਦੇ ਵਾਲੇ ਗੁਣ ਨਹੀਂ ਆਉਣੇ। ਜਿੰਨਾ ਚਿਰ ਉਹਦੇ ਗੁਣ ਨਹੀਂ ਆਉਂਦੇ ਉਹਨਾਂ ਚਿਰ ਫਿਰ ਇਸ ਸੰਸਾਰ ਚੋਂ ਨਿਕਲਿਆ ਨਹੀਂ ਜਾ ਸਕਦਾ। ਹੇ ਮੇਰੇ ਮਨਾ, ਇਹ ਤੂੰ ਆਪਣੜੇ ਗਰੀਬਾਂ ਨੂੰ ਮੈਂ ਸਿਰ ਨੀਵਾਂ ਕਰ ਦੇਖ ਲੈ, ਕਿ ਕਿਤੇ ਤੂੰ ਗੁਰਮਤ ਦੇ ਭੁਲੇਖੇ ਦੁਰਮਤੀ ਤਾਂ ਨਹੀਂ ਇਕੱਠੀ ਕਰੀ ਜਾਂਦਾ। ਲੇਬਲ ਜ਼ਰੂਰ ਲੱਗਿਆ ਹੋਇਆ ਗੁਰਮਤ ਦਾ, ਕਿਤੇ ਵਿੱਚ ਦੁਰਮਤੀ ਨਾ ਹੋਵੇ। ਗੁਰਬਾਣੀ ਆਖਦੀ ਹੈ, ਨਾਨਕ ਪਰਖੈ ਆਪ ਕੋ ਸੋਈ ਪੁਰਖ ਸੁਜਾਨਨ। ਨਾਨਕ ਜੀ ਕਹਿੰਦੇ ਆਪਣੇ ਆਪ ਨੂੰ ਪਰਖਦਾ ਰਹੀਂ ਵੀ ਕਿਤੇ ਕੋਈ ਗਲਤ ਚੀਜ਼ ਤਾਂ ਨਹੀਂ ਖਾਈ ਜਾ ਰਿਹਾ। ਉਹੀ ਸਜਾਣਾ ਪੁਰਖ ਹੈ ਜਿਹੜਾ ਆਪਣੇ ਆਪ ਨੂੰ ਪਰਖਦਾ। ਪਰਖੈ ਗੁਰ ਕੀ ਬਾਤ ਖਰੀ, ਕਹਿੰਦੇ ਪਾਤਸ਼ਾਹ ਕਹਿੰਦੇ ਜਿਹੜਾ ਕੁਝ ਅਸੀਂ ਤੁਹਾਨੂੰ ਦੱਸਦੇ ਹਾਂ ਇਹਨੂੰ ਵੀ ਪਰਖਿਓ, ਕਿਤੇ ਐਵੇਂ ਨਾ ਮੰਨੀ ਚੱਲਿਓ। ਇਹਨੂੰ ਪਰਖਣ ਦਾ ਤੁਹਾਨੂੰ ਹੱਕ ਹੈ, ਕਿਉਂਕਿ ਤੁਸੀਂ ਆਪਣਾ ਜੀਵਨ ਦਾਅ ਤੇ ਲਾਉਣਾ। ਜੇ ਸੰਸਾਰੀ ਤੌਰ ਤੇ ਵੀ ਅਸੀਂ ਕੋਈ ਵਸਤੂ ਖਰੀਦਦੇ ਹਾਂ, ਅਸੀਂ 18 ਵਾਰੀ ਪੁੱਛਦੇ ਹਾਂ, ਕਿਉਂਕਿ ਅਸੀਂ ਪੱਲਿਓਂ ਪੈਸੇ ਦੇਣੇ। ਪਰ ਅਸੀਂ ਇੱਧਰ ਜਦੋਂ ਧਰਮ ਵਾਲੇ ਪਾਸੇ ਨੂੰ ਆਉਨੇ ਆ, ਅਸੀਂ ਕਿਸੇ ਚੀਜ਼ ਨੂੰ ਨਹੀਂ ਪਰਖਦੇ, ਕਿਉਂਕਿ ਸਾਨੂੰ ਪਰਖਣ ਤੋਂ ਰੋਕ ਲਾਈ ਹੋਈ ਹੈ। ਸਾਡੇ ਤੇ ਪਹਿਲਾਂ ਹੀ ਪ੍ਰੈਸ਼ਰਾਈਜ਼ ਕੀਤਾ ਹੋਇਆ, ਤੇ ਅਸੀਂ ਕਿੱਥੋਂ ਪਰਖਾਂਗੇ। ਜਦ ਕਿ ਗੁਰਬਾਣੀ ਆਗਿਆ ਦਿੰਦੀ ਹੈ ਕਿ ਪਰਖੋ, ਆਪਣੇ ਆਪ ਨੂੰ ਜਾਣੋ, ਆਪਣੇ ਆਪ ਨੂੰ ਪਛਾਣੋ, ਆਪਣੇ ਆਪ ਦੀ ਸਮਝ ਪ੍ਰਾਪਤ ਕਰੋ ਕਿ ਤੁਹਾਡੇ ਕੋਲ ਗੁਰਮਤਿ ਹੈ ਕਿ ਤੁਹਾਡੇ ਕੋਲ ਦੁਰਮਤਿ ਹੈ। ਸੋ ਰਸਤਾ ਹੈ ਜਿਹੜਾ ਬੜਾ ਬਰੀਕੀ ਦਾ ਹੈ। ਗੁਰਬਾਣੀ ਹੀ ਅਸਲ ਵਿੱਚ ਗੁਰਮਤਿ ਹੈ। ਗੁਰਬਾਣੀ ਤੋਂ ਬਿਨਾਂ ਹੋਰ ਕੋਈ ਗੁਰਮਤਿ ਨਹੀਂ ਹੈ। ਜੋ ਕੁਝ ਵੀ ਅਸੀਂ ਸੰਸਾਰ 'ਚ ਸੁਣਦੇ ਹਾਂ, ਜਿਹੜੇ ਗੁਰਬਾਣੀ ਬਾਰੇ ਵੀ ਕੁਝ ਸੁਣਾਉਂਦੇ ਨੇ, ਮੇਰਾ ਮੰਨਣਾ ਕਿ ਉਹਨਾਂ ਤੇ ਵੀ ਯਕੀਨ ਨਹੀਂ ਕਰਨਾ ਚਾਹੀਦਾ। ਭਾਵੇਂ ਉਹ ਗੁਰਬਾਣੀ ਦੀਆਂ ਪੰਕਤੀਆਂ ਪੜ੍ਹ ਸੁਣਾਉਂਦੇ ਨੇ, ਗੁਰਬਾਣੀ ਦੀਆਂ ਉਦਾਹਰਨਾਂ ਦਿੰਦੇ ਨੇ, ਪ੍ਰਮਾਣ ਦਿੰਦੇ ਨੇ, ਉਹਨਾਂ ਤੇ ਵੀ ਯਕੀਨ ਨਹੀਂ ਕਰਨਾ ਚਾਹੀਦਾ। ਖੁਦ ਆਪ ਗੁਰਬਾਣੀ 'ਚ ਦੇਖਣਾ ਚਾਹੀਦਾ ਵੀ ਉੱਥੇ ਲਿਖਿਆ ਕਿਵੇਂ ਹੋਇਆ। ਕਈ ਵਾਰੀ ਉੱਥੇ ਲਿਖਿਆ ਕੁਝ ਹੋਰ ਤਰੀਕੇ ਦਾ ਹੁੰਦਾ, ਉਹਦਾ ਅਗਲੀ ਪਿਛਲੀ ਪੰਕਤੀ ਨਹੀਂ ਸੁਣਾਈ ਜਾਂਦੀ। ਕਈ ਵਾਰ ਸਵਾਲ ਸਾਨੂੰ ਸੁਣਾ ਦਿੱਤਾ ਜਾਂਦਾ, ਉੱਤਰ ਬਾਰੇ ਨਹੀਂ ਦੱਸਿਆ ਜਾਂਦਾ। ਕਈ ਵਾਰੀ ਸਾਨੂੰ ਉੱਤਰ ਦੱਸੇ ਜਾਂਦੇ, ਸਵਾਲ ਨਹੀਂ ਦੱਸੇ ਜਾਂਦੇ। ਅਸੀਂ ਕਹਿੰਦੇ ਜੀ ਉਹ ਵੀ ਤਾਂ ਗੁਰਬਾਣੀ ਓ ਦੱਸਦੇ ਆ, ਉਹ ਵੀ ਤਾਂ ਗੁਰਬਾਣੀ ਦਾ ਹੀ ਗਿਆਨ ਕਰਾਉਂਦੇ ਆ। ਵੀ ਅਸੀਂ ਉਹਨਾਂ ਤੇ ਨਿਰਭਰ ਹਾਂ, ਅਸੀਂ ਸਵੈਮ ਆਪ ਨਹੀਂ ਖੋਜ ਕਰਦੇ। ਜਦ ਕਿ ਗੁਰਬਾਣੀ ਸਾਨੂੰ ਆਰਡਰ ਦਿੰਦੀ ਆ, ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਏ। ਫਿਰ ਕੋਈ ਪਰੇਸ਼ਾਨੀ ਨਹੀਂ ਹੁੰਦੀ ਜਦੋਂ ਤੂੰ ਆਪ ਖੋਜੇਂਗਾ। ਸੰਸਾਰੀ ਧਾਰਮਿਕ ਲੋਕਾਂ ਨੂੰ ਵੀ ਪਤਾ ਹੀ ਇਹਨਾਂ ਨੇ ਗੁਰਬਾਣੀ ਖੋਜਣੀ ਤਾਂ ਹੈ ਨਹੀਂ, ਇਹਨਾਂ ਨੂੰ ਪੜ੍ਹਨ ਤੇ ਲਾਲਚ ਦੇ ਦਿਓ, ਔਰ ਪੜ੍ਹਨ ਤੇ ਇੰਨਾ ਕੁਛ ਇਹਨਾਂ ਨੂੰ ਗਣਾ ਦਿਓ ਕਿ ਗੁਰਬਾਣੀ ਪੜ੍ਹਨ ਵਾਲਾ ਹੋ ਜਾਂਦਾ, ਗੁਰਬਾਣੀ ਦੇ ਇੰਨੇ ਪਾਠ ਕਰਨ ਵਾਲਾ ਹੋ ਜਾਂਦਾ, ਫਲਾਨੇ ਕਰਨ ਆ ਹੋ ਜਾਂਦਾ। ਉਹ ਇੰਨੀ ਜ਼ਿਆਦਾ ਜ਼ੋਰ ਨਾਲ ਐਡਵਰਟਾਈਜ਼ਮੈਂਟ ਉਹਨਾਂ ਨੇ ਕੀਤੀ ਤੇ ਸਾਨੂੰ ਲਾਲਚ ਪੈ ਗਿਆ। ਹੁਣ ਲਾਲਚ 'ਚ ਪਿਆ ਹੋਇਆ ਬੰਦਾ ਨਫਾ ਨੁਕਸਾਨ ਨਹੀਂ ਦੇਖਦਾ, ਉਹ ਲੱਗਿਆ ਰਹਿੰਦਾ। ਜਦੋਂ ਉਹਦਾ ਕਿਤੇ ਰਿਜ਼ਲਟ ਆਉਂਦਾ ਫਿਰ ਉਹ ਬਹੁਤ ਪਛਤਾਉਂਦਾ। ਫਿਰ ਉਹ ਕਿਸੇ ਨੂੰ ਕਹਿ ਨਹੀਂ ਸਕਦਾ ਕੁਛ। ਅਲੱਗ ਕਹਿੰਦਾ ਤੂੰ ਆਪ ਕਿਉਂ ਲੱਗਿਆ, ਤੂੰ ਆਪ ਕਿਉਂ ਨਹੀਂ ਪਰਖਿਆ। ਦੱਦਾ ਦੋਸ਼ ਨਾ ਦੇਊ ਕਿੱਸਾ, ਹੁਣ ਨਾ ਤੂੰ ਉਹਨੂੰ ਦੋਸ਼ ਦੇ। ਦੋਸ਼ ਕਰਮਾਂ ਆਪਣੇ, ਤੇਰੀ ਆਪਣੀ ਸੋਚ ਦਾ ਦੋਸ਼ ਹੈ। ਤੂੰ ਉਸ ਵੇਲੇ ਲਾਲਚ ਕਿਉਂ ਕੀਤਾ। ਕਰਮ ਹੁੰਦਾ ਸੋਚ, ਤੇਰੀ ਸੋਚ ਹੀ ਨਹੀਂ ਸੀ ਉੱਧਰ ਨੂੰ। ਤੇਰੀ ਸੋਚ ਵੀ ਇਹੀ ਚੱਕਰ ਨੂੰ ਸੀ ਕਿ ਵੱਧ ਤੋਂ ਵੱਧ ਇਸ ਤਰ੍ਹਾਂ ਹੀ ਕਰਨਾ ਜੋ ਸੰਸਾਰੀ ਕਰਦੇ। ਫਿਰ ਉਹਦੇ ਪਿੱਛੇ ਮਾਇਆ ਦਾ ਲਾਲਚ ਸੀ। ਪੜ੍ਹਦਾ ਭਾਵੇਂ ਤੂੰ ਗੁਰਬਾਣੀ ਹੋਈ ਆ, ਪਰ ਪਿੱਛੇ ਮਨੋਰਥ ਕੀ ਹੈ? ਮਾਇਆ। ਪਰਮਾਰਥ ਤਾਂ ਹੈ ਨਹੀਂ। ਪਰਮਾਰਥ ਦੀਆਂ ਗੱਲਾਂ ਕਰਕੇ ਪਰਮਾਰਥ ਦੇ ਰਸਤੇ ਤੇ ਨਹੀਂ ਚੱਲਿਆ ਜਾਂਦਾ। ਪਰਮਾਰਥ ਦੇ ਚੱਲਣ ਵਾਸਤੇ ਆਪਣਾ ਆਪਾ ਗਵਾਉਣਾ ਪੈਂਦਾ।
ਆਪ ਗਵਾਈਐ ਤਾਉ ਸਹੁ ਪਾਈਐ, ਤਾਂ ਸਹੁ ਪਾਈਐ ਔਰ ਕੈਸੀ ਚਤੁਰਾਈ। ਆਪੇ ਗਵਾਏ ਤੋਂ ਬਿਨਾਂ ਜਿੰਨੀਆਂ ਵੀ ਸਿਆਣਪਾਂ ਨੇ, ਜਿੰਨੇ ਵੀ ਗਿਆਨ ਦੀਆਂ ਗੱਲਾਂ ਨੇ, ਚਾਹੇ ਮੈਂ ਕਰਦਾ, ਇਹ ਸਭ ਚਲਾਕੀ ਹੀ ਨੇ, ਚਤੁਰਾਈਆਂ ਹੀ ਨੇ ਕਿ ਦੋ ਚਾਰ ਬੰਦਿਆਂ ਦੇ ਪ੍ਰਭਾਵ ਪੈ ਜਾਊਗਾ, ਚੱਲ ਦੋ ਚਾਰ ਬੰਦੇ ਮੇਰੇ ਨਾਲ ਜੁੜ ਜਾਣਗੇ, ਚਾਰ ਪੈਸੇ ਆਈ ਜਾਣਗੇ, ਇਸ ਤੋਂ ਵੱਧ ਕੁਛ ਨਹੀਂ। ਪਰ ਜਿਹੜਾ ਅਸਲੀ ਨਿਰਾਕਾਰੀ ਧਾਰਮਿਕ ਹੈ ਉਹ ਇਹਨਾਂ ਚੱਕਰਾਂ 'ਚ ਨਹੀਂ ਪੈਂਦਾ। ਉਹ ਕਹਿੰਦਾ ਨਹੀਂ, ਕਿਸੇ ਦਾ ਜੀਵਨ ਕਿਉਂ ਖਰਾਬ ਕਰਨਾ, ਅਗਲੇ ਨੂੰ ਸਹੀ ਜਾਣਕਾਰੀ ਦੱਸੋ ਕਿ ਭਾਈ ਗੱਲ ਆ ਏ, ਬਾਕੀ ਤੇਰੀ ਮਰਜ਼ੀ ਹੈ, ਤੂੰ ਖੁਦ ਵਿਚਾਰ, ਤੂੰ ਆਪ ਦੇਖ ਕਿ ਉਹ 'ਚੋਂ ਰਿਜ਼ਲਟ ਤੂੰ ਆਪ ਕੱਢ ਵੀ ਜੇ ਤੂੰ ਇਹ ਕੁਛ ਧਰਮ ਦਾ ਕਰਦਾ, ਕੀ ਤੈਨੂੰ ਇਹ 'ਚੋਂ ਕੁਛ ਪ੍ਰਾਪਤ ਵੀ ਹੋ ਰਿਹਾ? ਜੇ ਨਹੀਂ ਹੋ ਰਿਹਾ ਤਾਂ ਛੱਡ ਦੇ, ਸਹੀ ਰਸਤਾ ਤੂੰ ਆਪ ਢੂੰਡ। ਹਾਂ ਗੁਰਮੁਖ ਢੂੰਡ ਢੂੰਢੇਂਦੇ ਆ, ਹਰ ਸੱਜਣ ਲੱਦਾ, ਇਹ ਢੂੰਡਣਾ ਹੀ ਪੈਂਦਾ ਹੈ। ਗੁਰਮੁਖ ਵੀ ਕੋਈ ਐਂ ਬਾਜ਼ਾਰਾਂ 'ਚ ਨਹੀਂ ਤੁਰੇ ਫਿਰਦੇ, ਗੁਰਮੁਖ ਵੀ ਬੜੀ ਮਿਹਨਤ ਕਰਕੇ ਕਿਤੇ ਮਿਲਦਾ। ਕਰੋੜਾਂ ਅਰਬਾਂ ਖਰਬਾਂ ਸੰਸਾਰ ਦੇ ਵਿੱਚ ਜੋਤਾਂ ਨੇ, ਜਿਨ੍ਹਾਂ ਵਿੱਚੋਂ ਇੱਕ ਨਾ ਅੱਧੀ ਜੋਤ ਹੈ ਜਿਹੜੀ ਗੁਰਮੁਖ ਹੈ। ਗੁਰਮੁਖ ਕੋਈ ਸਰੀਰ ਕਰਕੇ ਕਿਸੇ ਨੂੰ ਕਹਿ ਦੇਣਾ ਵੀ ਇਹਦਾ ਪਾਠ ਕਰਦਾ ਬੜਾ ਗੁਰਮੁਖ ਹੈ, ਸੱਚਖੰਡ ਨਹੀਂ ਮੰਨਦਾ ਪਾਠ ਕਰਨ ਨੂੰ ਗੁਰਮੁਖ। ਸੱਚਖੰਡ ਮੰਨਦਾ ਕਿ ਜੋ ਪਾਠ ਕੀਤਾ ਉਹਦੇ ਤੇ ਕਿੰਨਾ ਕੁ ਅਸਰ ਕੀਤਾ, ਕਿ ਉਹਦੀ ਕਮਾਈ ਕਿੰਨੀ ਕੁ ਹੈ, ਉਹਦਾ ਅਮਲ ਕਿੰਨਾ ਕੁ ਹੈ, ਉਹਨੂੰ ਸੱਚਖੰਡ ਅਥਾਰਟੀ ਦਿੰਦਾ ਵੀ ਇਹ ਗੁਰਮੁਖ ਹੈ। ਸੋ ਹੇ ਮੇਰੇ ਮਨਾ, ਇਸ ਗੱਲ ਨੂੰ ਬੜਾ ਬਰੀਕੀ ਨਾਲ ਵਿਚਾਰੀ ਕਿ ਗੁਰਬਾਣੀ ਹੀ ਗੁਰਮਤਿ ਹੈ, ਇਸ ਦੇ ਅਰਥ ਵੀ ਮਾਇਆ ਦੇ ਨਹੀਂ ਕਰਨੇ। ਕਦੇ ਵੀ ਗੁਰਬਾਣੀ ਦੇ ਨਾਲ ਮਾਇਆ ਦਾ ਲਾਲਚ ਜੋੜ ਕੇ ਨਾ ਤੂੰ ਕਹੀਂ ਕਿਸੇ ਨੂੰ। ਜੇ ਤੂੰ ਕਿਸੇ ਨੂੰ ਗੁਰਬਾਣੀ ਦੁਆਰਾ ਲਾਲਚ ਮਾਇਆ ਦਾ ਦੇਤਾ ਨਾ, ਜੇ ਤੂੰ ਉਹਦੇ ਤੇ ਪ੍ਰੋਡਕਟ ਤੇ ਲਿਖਤਾ ਵੀ ਇਹਦੇ ਵਿੱਚ ਇੰਨੇ % ਪ੍ਰੋਟੀਨ ਨੇ, ਕਿਸੇ ਨੇ ਜਾ ਕੇ ਲੈਬੋਰਟਰੀ 'ਚ ਚੈੱਕ ਕਰ ਲਏ, ਉਹ ਤੇਰੇ ਤੇ ਕੇਸ ਕਰੂਗਾ, ਉਹ ਕੰਪਨੀ ਤੇ ਕੇਸ ਕਰੂਗਾ ਵੀ ਇਹਨਾਂ ਨੇ ਆ ਲਿਖਿਆ ਹੈ ਵੀ ਇੰਨੇ % ਪ੍ਰੋਟੀਨ ਹੈ, ਪਰ ਇਹ 'ਚ ਪ੍ਰੋਟੀਨ ਤਾਂ 1% ਵੀ ਨਹੀਂ ਹੈ। ਕੰਪਨੀ ਵੀ ਬੰਦ ਹੋ ਜੂ, ਜੁਰਮਾਨਾ ਵੀ ਦੇਣਾ ਪਊਗਾ। ਹੇ ਮੇਰੇ ਮਨਾ, ਜੇ ਤੂੰ ਗੁਰਬਾਣੀ ਦੀ ਗੱਲ ਕਰਕੇ ਕਿਸੇ ਨੂੰ ਮਾਇਆ ਦਾ ਲਾਲਚ ਦੇਤਾ ਨਾ, ਸੱਚਖੰਡ ਵਾਲਿਆਂ ਦਾ ਪਛਾਣ ਲੈਣਾ। ਇੱਥੇ ਭਗਤ ਪ੍ਰਗਟ ਹੋ ਜਾਂਦਾ, ਉਹ ਪਛਾਣ ਲੈਂਦਾ, ਉਹ ਪਛਾਣ ਕੇ ਫਿਰ ਤੇਰੇ ਤੇ ਕੇਸ ਕਰੂਗਾ, ਫਿਰ ਤੈਨੂੰ ਜੁਰਮਾਨਾ ਵੀ ਹੋਊਗਾ। ਕੇਸ ਕੀ ਹੁੰਦਾ? ਪੜਿਆ ਹੋਵੇ ਗੁਨਾਹਗਾਰ, ਫਿਰ ਤੂੰ ਗੁਨਾਹਗਾਰ ਬਣੇਗਾ। ਉੱਥੇ ਥਾਓ ਨਾ ਹੋ ਬਈ ਪਾਉਂਦੀ, ਹੁਣ ਸੁਣੀਏ ਕਿਆ ਰੋਇਆ, ਫਿਰ ਪੈਣਗੀਆਂ ਵੀ ਬਹੁਤ। ਫਿਰ ਜੁਰਮਾਨਾ ਕੀ ਹੋਣਾ? ਕੀਟਾਂ ਹੀ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ। ਉਹ ਕਹਿੰਦੇ ਐਸਾ ਸਰੀਰ ਦਿਓ ਇਹਨੂੰ, ਕੀੜੇ ਦੇ ਅੰਦਰ ਜ਼ਖਮ ਹੋਇਆ ਹੋਇਆ, ਉਸ ਕੀੜੇ ਦੇ ਅੰਦਰ ਰਾਤ ਪੈ ਗਈ, ਇਹਦੀ ਆਤਮਾ ਨੂੰ ਉੱਥੇ ਭੇਜੋ। ਪਰਮੇਸ਼ਰ ਕਹਿੰਦਾ ਮੇਰੀ ਗੱਲ ਮਾਇਆ ਚੋਂ ਕੱਢਣ ਵਾਸਤੇ, ਤੁਸੀਂ ਤਾਂ ਮਾਇਆ ਨਾਲ ਜੋੜਤੀ। ਮੈਂ ਤੁਹਾਨੂੰ ਕਹਿ ਕੇ ਆਇਆ ਸੀ ਵੀ ਮੇਰੀ ਗੱਲ ਮੰਨਿਓ, ਮਾਇਆ ਤੁਹਾਡਾ ਕੁਛ ਨਹੀਂ ਵਿਗਾੜ ਸਕਦੀ, ਪਰ ਤੁਸੀਂ ਮੇਰੀਆਂ ਗੱਲਾਂ ਕਰਕੇ, ਤੁਸੀਂ ਤਾਂ ਕਹਿਤਾ ਵੀ ਜੇ ਤੁਸੀਂ ਮੇਰੀਆਂ ਗੱਲਾਂ ਨੂੰ ਅੱਗੇ ਰੱਖ ਕੇ ਕਹਿਤਾ, ਇੱਥੋਂ ਤਾਂ ਮਾਇਆ ਹੀ ਬਹੁਤ ਮਿਲਦੀ ਹੈ। ਇਹ ਗੁਰਬਾਣੀ ਦਾ ਪਾਠ ਕਰਨ ਨਾਲ ਐਂ ਹੋ ਜਾਂਦਾ, ਫਿਰ ਹੋਇਆ ਤਾਂ ਹੈ ਨਹੀਂ। ਫਿਰ ਜੇ ਕਿਸੇ ਇੱਕ ਬੰਦੇ ਨਾਲ ਹੋ ਗਿਆ, ਬਾਕੀਆਂ ਨਾਲ ਕਿਉਂ ਨਹੀਂ ਹੁੰਦਾ? ਜੇ ਪਾਣੀ ਦੀ ਘੁੱਟ ਹਰ ਇੱਕ ਬੰਦੇ ਦੀ ਪਿਆਸ ਬੁਝਾ ਸਕਦੀ ਹੈ, ਚਾਹੇ ਬੰਦਾ ਕੋਈ ਵੀ ਹੈ, ਚਾਹੇ ਉਹ ਬਿਮਾਰ ਹੈ, ਚਾਹੇ ਤੰਦਰੁਸਤ ਹੈ, ਚਾਹੇ ਗੁਰਮੁਖ ਹੈ, ਚਾਹੇ ਮਨਮੁਖ ਹੈ, ਚਾਹੇ ਨੀਚ ਹੈ, ਚਾਹੇ ਊਚ ਹੈ, ਕੋਈ ਵੀ ਪਾਣੀ ਪੀਵੇ ਉਹਦੀ ਪਿਆਸ ਬੁਝੂਗੀ। ਪਰ ਜੇ ਤੁਸੀਂ ਗੁਰਬਾਣੀ ਦੀ ਗੱਲ ਵਰਤ ਕੇ ਮਾਇਆ 'ਚ ਇੱਕ ਤੇ ਕਿਰਪਾ ਕਰਵਾਉਂਦੇ ਹੋ, ਤਾਂ ਫਿਰ ਸਭ ਤੇ ਹੋਣੀ ਚਾਹੀਦੀ ਹੈ। ਫਿਰ ਕਿਉਂ ਨਹੀਂ ਹੁੰਦੀ? ਜਦ ਕਿ ਬ੍ਰਹਮ ਦਾ ਗਿਆਨ ਹੈ, ਜੇ ਇੱਕ ਨੂੰ ਹੁੰਦਾ ਤਾਂ ਸਭ ਨੂੰ ਹੋ ਸਕਦਾ ਹੈ, ਔਰ ਹੋਇਆ। ਜੇ ਧਰੂ ਜੀ ਨੂੰ ਹੋਇਆ ਬ੍ਰਹਮ ਦਾ ਗਿਆਨ, ਤਾਂ ਕਬੀਰ ਸਾਹਿਬ ਜੀ ਨੂੰ ਵੀ ਹੋਇਆ।
ਪਰ ਜੇ ਤੇਜ਼ਾਬ ਦੀ ਘੁੱਟ ਪੀ ਲਓ ਫਿਰ ਪਿਆਸ ਨਹੀਂ ਬੁਝਦੀ। ਹੁੰਦਾ ਉਹ ਵੀ ਲਿਊਕੜੀ ਹੈ, ਉਹ ਅੰਦਰ ਸਾੜ ਦਿੰਦਾ। ਇਸੇ ਤਰ੍ਹਾਂ ਜੇ ਬ੍ਰਹਮ ਗਿਆਨ ਦੀ ਸੋਝੀ ਪ੍ਰਾਪਤ ਕਰ ਲਈ, ਹੋ ਹੀ ਨਹੀਂ ਸਕਦਾ ਕਿ ਬ੍ਰਹਮ ਦਾ ਗਿਆਨ ਨਾ ਹੋਵੇ, ਕਿਉਂਕਿ ਇਹ ਅੰਮ੍ਰਿਤ ਜਲ ਹੈ। ਜੇ ਦੁਰਮਤ ਦੀ ਘੁੱਟ ਪੀ ਲਈ, ਹੈ ਉਹ ਵੀ ਲਿਊਕੜੀ, ਉਹ ਵੀ ਗਿਆਨ ਹੀ ਹੈ, ਤਾਂ ਉਹਨੇ ਅੰਦਰ ਸਾੜ ਦੇਣਾ। ਸੜ ਜਾਂਦਾ ਅੰਦਰ। ਹੱਥ ਨਾ ਲਾਈ ਕਸੁੰਬੜਾ, ਜਲ ਜਾਸੀ ਢੋਲਾ। ਜਲ ਜਾਏਗਾ, ਕਹਿੰਦੇ ਸਾੜ ਕੇ ਰੱਖ ਦੂਗੀ ਮਾਇਆ ਦੀ ਭੁੱਖ। ਸ਼ੁਕਰ ਕਰ ਉਸ ਮਾਲਕ ਦਾ, ਜਿੰਨੀ ਕੋ ਨੇ ਤੈਨੂੰ ਮਾਇਆ ਦਿੱਤੀ ਹੈ ਤੇਰੇ ਵਰਤਣ ਵਾਸਤੇ, ਉਹਨੂੰ ਵਰਤ, ਪਰ ਉਹਦੇ ਨਾਲ ਜੁੜਨਾ। ਜਦੋਂ ਤੂੰ ਮਾਇਆ ਨੂੰ ਵਰਤੇਂਗਾ ਤਾਂ ਉਹਦੀ ਜ਼ਿੰਮੇਵਾਰੀ ਹੈ, ਪਰ ਜਦੋਂ ਤੂੰ ਆਪਣੇ ਵੱਲੋਂ ਆਪਣਾ ਹੱਕ ਰੱਖੇਂਗਾ, ਉਹਨੂੰ ਪਿੱਛੇ ਕਰੇਂਗਾ, ਫਿਰ ਤੇਰੀ ਜ਼ਿੰਮੇਵਾਰੀ ਬਣ ਜਾਏਗੀ, ਫਿਰ ਤੂੰ ਫਸੇਂਗਾ, ਕਿਉਂਕਿ ਤੂੰ ਹੀ ਅਣਜਾਣ ਹੈ। ਪਰਮੇਸ਼ਰ ਸਭ ਕੁਝ ਜਾਣਦਾ, ਉਹਨੂੰ ਸਾਰਾ ਪਤਾ ਹੈ। ਸੋ ਹੇ ਮੇਰੇ ਮਨਾ, ਇਹ ਗੱਲ ਨੂੰ ਆਪਣੇ ਪੱਕੀ ਲੜ ਬੰਨ ਲੈ ਵੀ ਕਦੇ ਵੀ ਗੁਰਬਾਣੀ ਦਾ ਅਰਥ ਮਾਇਆ 'ਚ ਨਹੀਂ ਕਰਨਾ। ਕਿਸੇ ਨੂੰ ਗੁਰਬਾਣੀ ਦਾ ਸ਼ਬਦ ਦੇ ਕੇ ਮਾਇਆ ਦਾ ਲਾਲਚ ਨਹੀਂ ਦੇਣਾ। ਜੇ ਕੋਈ ਕਹਿੰਦਾ ਵੀ ਹੈ ਵੀ ਫਲਾਨੇ ਨੇ ਕਿਹਾ ਸੀਗਾ, ਉਹਨੂੰ ਕਹਾਂ ਵੀ ਉਹਦੀ ਜ਼ਿੰਮੇਵਾਰੀ ਹੈ, ਮੈਨੂੰ ਨਹੀਂ ਪਤਾ, ਮੈਂ ਨਹੀਂ ਇਹ ਗੱਲ ਦੀ ਆਗਿਆ ਦਿੰਦਾ। ਉਹਨਾਂ ਨੂੰ ਪੁੱਛ ਜਾ ਕੇ, ਫਿਰ ਤੂੰ ਉਹਨਾਂ ਨਾਲ ਗੱਲ ਕਰ, ਉਹਦੇ ਜਵਾਬ ਦੇ ਉਹ ਨੇ, ਮੈਂ ਆਪਣੀ ਗੱਲ ਦਾ ਜਵਾਬ ਦੇ ਇਹ ਆ। ਕਿਸੇ ਬਾਰੇ ਨਹੀਂ ਮੈਨੂੰ ਪਤਾ, ਮੈਂ ਆਪਣੀ ਗੱਲ ਕਰਾਂਗਾ, ਕਿਸੇ ਦੀ ਨਹੀਂ ਮੈਂ ਕਰਦਾ। ਕਿ ਹੇ ਮੇਰੇ ਮਨਾ, ਤੂੰ ਗੁਰਬਾਣੀ ਦੀ ਜਦੋਂ ਵੀ ਵਿਚਾਰ ਕਰਨੀ ਹੈ ਜਾਂ ਆਪਣੇ ਤੇ ਲਾਗੂ ਕਰਨੀ ਹੈ, ਕਦੇ ਵੀ ਮਾਇਆ ਦੇ ਪ੍ਰਤੀ ਨਹੀਂ ਕਰਨੀ, ਆਪਣਾ ਜੀਵਨ ਸਵਾਰਨ ਵਾਸਤੇ ਕਰਨੀ। ਤੇ ਜੇ ਕੋਈ ਦੂਸਰਾ ਵੀ ਆਉਂਦਾ, ਉਹਨੂੰ ਵੀ ਇਹੀ ਗੱਲ ਕਹਿਣੀ ਹੈ ਵੀ ਦੇਖ ਵੀਰ, ਆਪਣਾ ਜੀਵਨ ਸਵਾਰ, ਤੂੰ ਆਪ ਖੁਦ ਗੁਰਬਾਣੀ ਤੋਂ ਸੋਝੀ ਪ੍ਰਾਪਤ ਕਰ, ਖੁਦ ਗੁਰਬਾਣੀ ਨੂੰ ਵਿਚਾਰ, ਫਿਰ ਉਹਨੂੰ ਮਨ ਆਪਣੇ ਤੇ ਲਾਗੂ ਕਰਕੇ ਦੇਖ ਕਿ ਤੈਨੂੰ ਉਹਦੇ 'ਚ ਕੋਈ ਫਰਕ ਪੈਂਦਾ ਕਿ ਨਹੀਂ ਪੈਂਦਾ। ਜੇ ਫਰਕ ਪੈਂਦਾ ਤਾਂ ਕਰ ਭਾਈ, ਜੇ ਨਹੀਂ ਪੈਂਦਾ ਫਿਰ ਕੋਈ ਹੋਰ ਰਸਤਾ ਲੱਭ। ਜੀਵਨ ਬਹੁਤ ਥੋੜ੍ਹਾ ਹੈ, ਕੋਈ ਪਤਾ ਨਹੀਂ ਕਦੋਂ ਸਵਾਸ ਰੁਕ ਜਾਣਾ। ਜਿੱਦਣ ਸਵਾਸ ਰੁਕ ਗਿਆ, ਸੰਸਾਰੀ ਜੀਵਨ ਖਤਮ ਹੈ, ਅੱਗੇ ਫਿਰ ਆਤਮਾ ਦਾ ਹਿਸਾਬ ਕਿਤਾਬ ਹੈ। ਸੋ ਜੇ ਪੂਰੀ ਸੋਝੀ ਆ ਜਾਵੇ, ਫਿਰ ਇਸ ਸਰੀਰ ਦੇ ਅੰਦਰ ਅੰਦਰ ਰਹਿੰਦੇ ਹੀ ਆਤਮਾ ਨੂੰ ਪੂਰੀ ਸੋਝੀ ਆ ਜਾਂਦੀ ਹੈ ਵੀ ਸਰੀਰ ਤੋਂ ਬਾਅਦ ਮੇਰੇ ਨਾਲ ਕੀ ਭਾਣਾ ਵਰਤਣਾ। ਫਿਰ ਉਹ ਕੋਈ ਐਸਾ ਕਰਦੀ ਓ ਨਹੀਂ ਕੁਛ ਕਿ ਗਾਹਾਂ ਜਾ ਕੇ ਦਾਗ ਲੱਗੇ। ਸੋ ਕਿਛ ਕਰ ਜਿਤ ਮੈਲ ਨਾ ਲੱਗੇ। ਉਹਨੂੰ ਪਤਾ ਲੱਗ ਜਾਂਦਾ ਵੀ ਮੈਂ ਇਹੋ ਜਿਹਾ ਕੁਛ ਕਰਨਾ ਹੀ ਨਹੀਂ ਕਿ ਮੈਨੂੰ ਗਾਹਾਂ ਮੈਲ ਲੱਗੇ, ਕਿ ਮੈਨੂੰ ਕੋਈ ਅੜਿੱਕਾ ਪਵੇ। ਉਹ ਐਸਾ ਕੁਛ ਕਰਕੇ ਜਾਂਦਾ ਕਿ ਸੱਚਖੰਡ 'ਚ ਇਹ ਗੱਲ ਆਖੀ ਜਾਵੇ, ਰੇ ਰੇ ਦਰਗਹਿ ਕਹੇ ਨਾ ਕੋ ਆਓ ਬੈਠ ਆਦਰ ਸ਼ਬਦ ਦਿਓ। ਕਹਿੰਦੇ ਜੀ ਆਇਆਂ ਨੂੰ ਬੈਠੋ ਜੀ, ਕਿਉਂਕਿ ਉਹ ਨਿਰੋਲ ਸੱਚ ਤੇ ਖੜਾ ਹੈ। ਨਾਨਕ ਸੰਤ ਮਿਲੈ ਸੱਚ ਪਾਈਏ। ਨਾਨਕ ਜੀ ਕਹਿੰਦੇ ਨਿਸ਼ਾਨੀ ਹੈ ਸੰਸਾਰ ਦੇ ਅੰਦਰ, ਜੇ ਤੁਹਾਨੂੰ ਕੋਈ ਕਹਿੰਦਾ ਮੈਂ ਸੰਤ ਹਾਂ ਤਾਂ ਇਹ ਦੇਖ ਲਿਓ ਵੀ ਉਹਦੇ ਕੋਲ ਸੱਚ ਹੈ, ਕਿਉਂਕਿ ਜੇ ਉਹਦੇ ਕੋਲ ਸੱਚ ਹੋਊ ਤਾਂ ਹੀ ਦਊ। ਸੱਚ ਹੋਣਾ ਬਹੁਤ ਜ਼ਰੂਰੀ ਹੈ। ਨਾਨਕ ਜੀ ਅਸਲ ਵਿੱਚ ਸ਼ੁੱਧ ਸ੍ਰੇਸ਼ਟ ਸੰਤ ਸੀ, ਉਹ ਸੀ ਅਸਲ ਸੰਤ। ਉਹਨਾਂ ਦੇ ਹਿਰਦੇ 'ਚ ਸੱਚ ਸੀ, ਔਰ ਉਹਨਾਂ ਨੇ ਸੱਚ ਹੀ ਦਿੱਤਾ, ਤੇ ਲੈਣ ਵਾਲਾ ਸੀ ਦੂਸਰੇ ਪਾਤਸ਼ਾਹ ਭਾਈ ਲਾਲੋ ਜੀ, ਬਾਬਾ ਬੁੱਢਾ ਜੀ ਇਤਿਆਦ, ਹੋਰ ਪਤਾ ਨਹੀਂ ਕਿੰਨੇ ਅੰਕ ਨੇ। ਉਸ ਸੱਚ ਨੂੰ ਹਿਰਦੇ 'ਚ ਵਸਾਇਆ। ਉਹ ਸੱਚ ਨੂੰ ਪ੍ਰਾਪਤ ਕਰਕੇ ਉਹ ਵੀ ਸਾਰੇ ਕਰਤੇ ਹੀ ਬਣ ਗਏ। ਕਰਤੇ ਕਹਿ ਕਰਨੇ ਨਾਹੀ ਸਮਾਰ, ਉਹਨਾਂ ਦੀ ਕੋਈ ਗਿਣਤੀ ਨਹੀਂ ਹੈ, ਕੋਈ ਪਾਰਾਵਾਰ ਨਹੀਂ ਹੈ ਸੱਚਖੰਡ ਦਾ। ਔਰ ਸੱਚਖੰਡ ਨੇ ਜਿੰਨੀ ਰਚਨਾ ਰਚੀ ਹੈ ਨਾ ਉਹਦਾ ਕੋਈ ਪਾਰਾਵਾਰ। ਸੋ ਹੇ ਮੇਰੇ ਮਨਾ, ਇਸ ਗੁਰਬਾਣੀ ਦੀ ਕਦੇ ਵੀ ਵਿਚਾਰ ਮਾਇਆ ਨੂੰ ਮੁੱਖ ਰੱਖ ਕੇ ਨਹੀਂ ਕਰਨੀ, ਮਾਇਆ ਦੇ ਅਰਥ ਨਹੀਂ ਕਰਨੇ। ਜੇ ਕਰ ਲਏ ਤਾਂ ਇਸ ਗੁਰਮਤ ਨੇ ਵੀ ਦੁਰਮਤ ਬਣ ਜਾਣਾ। ਜੇ ਦੁੱਧ ਦੇ ਵਿੱਚ ਇੱਕ ਛਿੱਟਾ ਦਹੀਂ ਦਾ ਪੈ ਗਿਆ ਨਾ, ਉਸ ਦੁੱਧ ਨੇ ਵੀ ਦਹੀਂ ਬਣ ਜਾਣਾ। ਦੁੱਧ ਮਿੱਠਾ ਹੁੰਦਾ, ਦਹੀਂ ਖੱਟਾ ਹੁੰਦਾ।
ਇਹ ਹੁਣ ਤੂੰ ਦੇਖ, ਜੇ 2-2.5 ਘੰਟੇ ਗੱਲ ਗੁਰਬਾਣੀ ਦੀ ਨਿਰੋਲ ਗੱਲ ਕਰਕੇ ਅਖੀਰ 'ਚ ਜਾ ਕੇ ਕਹਿੰਦੀ ਵੀ ਭਾਈ ਕਿਰਪਾ ਰੱਖਿਓ, ਸਾਡੇ ਤੇ ਵੀ ਖਿਆਲ ਰੱਖਿਓ। ਮੈਨੂੰ ਇੱਕ ਦਿਨ ਬੜਾ ਦੁੱਖ ਲੱਗਿਆ, ਮੈਂ ਕਿਸੇ ਪ੍ਰਚਾਰਕ ਨੂੰ ਸੁਣਦਾ ਸੀ ਬੈਠਾ, ਉਹ ਵਿਚਾਰ ਕਰਦਾ ਕਰਦਾ ਉਹਨੇ ਜਦੋਂ ਲਾਸਟ ਦੇ ਵਿੱਚ ਕਹਿੰਦਾ ਸਾਧ ਸੰਗਤ ਜੀ 5-7 ਮਿੰਟ ਰਹਿ ਗਏ, ਬੜੀਆਂ ਆਪਾਂ ਗੁਰਮਤਿ ਦੀਆਂ ਵਿਚਾਰਾਂ ਕੀਤੀਆਂ ਤੇ ਸਾਡਾ ਵੀ ਕਹਿੰਦਾ ਜਿਹੜਾ ਜੀਵਨ ਹੈ ਇਹ ਤੁਹਾਡੇ ਨਾਲ ਹੀ ਚੱਲਦਾ, ਤੁਹਾਡੇ ਆਸਰੇ ਹੀ ਚੱਲਦਾ, ਤੁਸੀਂ ਸਾਨੂੰ 4 ਪੈਸੇ ਦਿੰਦੇ ਹੋ, ਸੇਵਾ ਦਿੰਦੇ ਹੋ, ਸਾਡੇ ਪਰਿਵਾਰ ਪਲਦੇ ਹੈ, ਸਾਡੇ ਬੱਚਿਆਂ ਦਾ ਜੀਵਨ ਬਣਦਾ ਹੈ। ਜਦੋਂ ਉਹਨੇ ਇਹ ਗੱਲ ਆਖੀ ਤੇ ਮੇਰੇ ਅੱਖਾਂ 'ਚ ਪਾਣੀ ਆ ਗਿਆ। ਮੈਂ ਕਿਹਾ ਉਹ ਮਨਾ, ਤੂੰ 2-2.5 ਘੰਟੇ ਐਡੀ ਗੱਲ ਗੁਰਬਾਣੀ ਦੀ ਕਰਕੇ ਅਖੀਰ ਦੇ ਵਿੱਚ ਤੂੰ ਆਹ ਗੱਲ ਕਹਿਤੀ। ਇਹ ਤਾਂ ਉਹ ਗੱਲ ਹੋ ਗਈ ਵੀ 100 ਕੁਆਂਟਲ ਦੁੱਧ ਬੜੀ ਮਿਹਨਤ ਨਾਲ ਇਕੱਠਾ ਕੀਤਾ ਦੇ ਵਿੱਚ ਇੱਕ ਕੌਲੀ ਚੱਕ ਕੇ ਦਹੀਂ ਦੀ ਮਾਰੀ। ਤੈਨੂੰ ਪਰਮੇਸ਼ਰ ਤੇ ਯਕੀਨ ਨਹੀਂ ਹੈ, ਤੁਸੀਂ ਇਹ ਗੱਲ ਕਿਉਂ ਨਹੀਂ ਕਹਿੰਦੇ ਵੀ ਪਰਮੇਸ਼ਰ ਦਿੰਦਾ ਹੈ, ਚਾਹੇ ਉਹ ਕਿਸੇ ਦੇ ਥਰੂ ਹੀ ਦੇ ਰਿਹਾ। ਤੁਸੀਂ ਕਹਿੰਦੇ ਹੋ ਵੈਸੇ ਥਰੂ ਦੇ ਰਿਹਾ, ਮੈਂ ਤਾਂ ਨਹੀਂ ਮੰਨਦਾ ਵੀ ਕਿਸੇ ਦੇ ਥਰੂ ਦਿੰਦਾ। ਚਲੋ ਇਸ ਗੱਲ ਨਾਲ ਥੋੜਾ ਜਿਹਾ ਸਹਿਮਤ ਹੋ ਜਾਂਦੇ ਆ ਵੀ ਥਰੂ ਦਿੰਦਾ, ਪਰ ਦੇ ਤਾਂ ਪਰਮੇਸ਼ਰ ਹੀ ਰਿਹਾ ਨਾ, ਦਾਤਾ ਤਾਂ ਫਿਰ ਪਰਮੇਸ਼ਰ ਆ, ਬੰਦਾ ਕਿੱਥੋਂ ਦਾਤਾ ਹੋ ਗਿਆ। ਅਸੀਂ ਕਿਉਂ ਬੰਦੇ ਨੂੰ ਖੁਸ਼ ਕਰਨਾ? ਅਸੀਂ ਖੁਸ਼ ਕਰਨਾ ਉਹਦੇ ਅੰਦਰ ਜਿਹੜੀ ਪ੍ਰਾਤਮਾ ਹੈ, ਉਹਦੀ ਪ੍ਰਾਤਮਾ ਖੁਸ਼ ਹੁੰਦੀ ਹੈ ਜਦੋਂ ਉਹਨੂੰ ਸਹੀ ਜਾਣਕਾਰੀ ਮਿਲਦੀ ਹੈ। ਇੱਥੋਂ ਤੱਕ ਗੁਰਮੁਖਾਂ ਦਾ ਹਿਰਦਾ ਬਲੂੰਦ ਟੁੱਟ ਜਾਂਦਾ ਹੈ ਕਿ ਜਦੋਂ ਕੋਈ ਗੁਰਬਾਣੀ ਦੀ ਨਿਰੀ ਗੱਲ ਕਰਦਾ, ਦੀ ਸੁਰਤ ਨੂੰ ਇੰਨਾ ਉੱਚਾ ਲੈ ਜਾਂਦਾ, ਬਾਅਦ 'ਚ ਜਾ ਕੇ ਮਾਇਆ ਦੀ ਗੱਲ ਕਰ ਦਿੰਦਾ, ਉਹਨੂੰ ਇੰਝ ਲੱਗਦਾ ਜਿਵੇਂ ਕੋਈ ਕੋਠੇ ਤੋਂ ਥੱਲੇ ਸਿੱਟ ਦਿੱਤਾ ਹੋ ਕਿ ਤੂੰ ਆ ਕੀ ਕਹਿਤਾ। ਬਹੁਤ ਬਰੀਕ ਮਾਰਗ ਹੈ, ਕੋਈ ਸੌਖਾ ਨਹੀਂ ਹੈ। ਜਨ ਨਾਨਕੇ ਖੇਲ ਕਠਨ ਹੈ, ਬਹੁਤ ਔਖਾ ਹੈ। ਤਾਂ ਹੀ ਪਾਤਸ਼ਾਹ ਨੇ ਲਿਖਿਆ ਨਾ ਵੀ ਆਖਣ ਔਖਾ ਸੱਚ ਦਾ, ਬਹੁਤ ਜ਼ਿਆਦਾ ਔਖਾ ਹੈ ਸੱਚ ਦਾ। ਕਿਉਂਕਿ ਜਦੋਂ ਤੁਸੀਂ ਸੱਚ ਦੀ ਗੱਲ ਕਰੋਗੇ ਤਾਂ ਜਿਹੜੇ ਸੰਸਾਰੀ ਧਾਰਮਿਕ ਲੋਕ ਨੇ ਉਹ ਤੁਹਾਨੂੰ ਬਰਦਾਸ਼ਤ ਨਹੀਂ ਕਰਦੇ, ਜਦ ਕਿ ਤੁਸੀਂ ਅਸਲੀਅਤ ਗੱਲ ਕਹਿਣੀ ਚਾਹੁੰਦੇ ਹੋ। ਭਗਤ ਅਸਲੀਅਤ ਗੱਲ ਕਹਿਣੀ ਚਾਹੁੰਦਾ ਸੀ, ਪਾਤਸ਼ਾਹੀਆਂ ਨੇ ਅਸਲੀਅਤ ਗੱਲ ਕਹੀ, ਪਰ ਜਿਹੜੇ ਉਹਨਾਂ ਦੇ ਪੈਰਲਲ ਚੱਲਦੇ ਸੀ ਧਾਰਮਿਕ ਆਗੂ, ਉਹਨਾਂ ਨੂੰ ਬਰਦਾਸ਼ਤ ਨਹੀਂ ਆਈ ਵੀ ਇਹ ਗਲਤ ਕਰਦਾ। ਸੋ ਹੇ ਮੇਰੇ ਮਨਾ, ਇਸ ਗੱਲ ਦਾ ਖਿਆਲ ਰੱਖੀ ਕਿ ਜੇ ਤੂੰ ਮਾਇਆ ਨਾਲ ਮਾੜੀ ਜਿਹੀ ਵੀ ਸੁਰਤ ਜੋੜ ਲਈ ਗੁਰਮਤਿ ਦੇ ਰਸਤੇ ਤੇ, ਤਾਂ ਉਸ ਗੁਰਮਤਿ ਨੇ ਉਸੇ ਵੇਲੇ ਮਨਮਤ ਬਣ ਜਾਣਾ। ਤਾਂ ਹੀ ਪਾਤਸ਼ਾਹ ਨੇ ਇਹ ਗੱਲ ਬੜੀ ਜ਼ੋਰ ਦੇ ਕੇ ਆਖੀ ਹੈ ਕਿ ਜੇ ਕੋ ਕਹਿ ਕਰੇ ਵਿਚਾਰ, ਜੇ ਤੈਨੂੰ ਕੋਈ ਕੁਛ ਕਹਿੰਦਾ ਉਹਦੀ ਵਿਚਾਰ ਕਰ। ਉਸ ਕਰਤੇ ਦਾ ਕੋਈ ਸ਼ੁਮਾਰ ਨਹੀਂ, ਸ਼ੁਮਾਰ ਮਾਇਆ ਦਾ ਵੀ ਕੋਈ ਨਹੀਂ, ਪਰ ਮਾਇਆ ਫਿਰ ਵੀ ਕਿਸੇ ਹੱਦ ਤੱਕ ਸੀਮਤ ਹੈ। ਅਸੀਂ ਆਪਣੀ ਬੁੱਧ ਨੂੰ ਗੁਰਮਤਿ ਨਾਲ ਜੋੜਨਾ, ਗੁਰਮਤਿ ਨਾਲ ਜੋੜ ਕੇ ਇਹਨੂੰ ਵਿਵੇਕ ਬੁੱਧ ਬਣਾਉਣਾ। ਗੁਰਮਤਿ ਹੁੰਦੀ ਹੈ ਜਦੋਂ ਗੁਰ ਵੱਲੋਂ ਮੱਤ ਆਉਂਦੀ ਹੈ, ਸੱਚਖੰਡ ਵੱਲੋਂ ਮੱਤ ਆਉਂਦੀ ਹੈ, ਹੁਕਮ ਸਾਡੇ ਹਿਰਦੇ 'ਚ ਪ੍ਰਵੇਸ਼ ਕਰ ਜਾਂਦਾ ਹੈ। ਫਿਰ ਅਸੀਂ ਹੁਕਮ ਦੇ ਅਨੁਸਾਰ ਹੀ ਹੋ ਕੇ ਉਹਨਾਂ ਜੋਤਾਂ ਦੇ ਨਾਲ ਜੁੜ ਜਾਂਦੇ ਆ ਜਿਹੜੀਆਂ ਸੱਚਖੰਡ ਵਿੱਚ ਨੇ, ਜਿਨ੍ਹਾਂ ਦਾ ਕੋਈ ਸੁਮਾਰ ਨਹੀਂ ਹੈ। ਸੋ ਹੇ ਮੇਰੇ ਮਨਾ, ਜਿੰਨਾ ਵੀ ਸਮਾਂ ਤੈਨੂੰ ਇਸ ਜੀਵਨ ਦੇ ਵਿੱਚ ਮਿਲਿਆ, ਗੁਰਬਾਣੀ ਦੀ ਹਰ ਇੱਕ ਗੱਲ ਨੂੰ ਵਿਚਾਰ ਕੇ ਫਿਰ ਉਹਨੂੰ ਲਾਗੂ ਵੀ ਕਰ, ਉਹਦੇ ਅਨੁਸਾਰ ਚੱਲਣ ਦੀ ਕੋਸ਼ਿਸ਼ ਕਰ। ਉਸ ਪਰਮੇਸ਼ਰ ਅੱਗੇ, ਆਪਣੇ ਮੂਲ ਦੇ ਅੱਗੇ ਬੇਨਤੀ ਕਰ ਕਿ ਜਿਉਂ ਤੂੰ ਚਲਾਵੈ ਤਿਵੇਂ ਚਲੈ ਸੁਆਮੀ। ਇਹ ਸੱਚੇ ਪਾਤਸ਼ਾਹ ਰਜਾ ਵਿੱਚ ਰੱਖੀ, ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।